ज्यों जान त्यों राख, हर कब तेरिया। कीते बनो असंख अवगुण मेरिया। असंख अवगुण खदे फेरे, नित प्रत सद भूलिया। मोह मगन विकराल माया, तो प्रसादी भूलिया। लोक करत विकार विखड़े, प्रभ निरहु के नेरिया। बिनवंत नानक दया तारहु, काढ़ भव जग फेरिया। नह समर्थं नह सेवकं, नह प्रीत परम पुरखोत्तम। तो प्रसाद सिमरते नाम, नानक कृपाल हर हर गुरु। ज्यों बोला वह त्यों बोला स्वामी, कुदरत कवन हमारी। साध संग नानक जस गायो, जो प्रभ की अत प्यारी। मूग उचरै शास्त्र खड़, पिंग बिरन चढ़ जाए।
ਕਿਰਪਾ ਕਰੇ ਸਤਿਗੁਰੂ ਮਿਲਾਏ, ਆਪੇ ਆਪ ਵਸੈ ਮਨ ਆਏ। ਕਿਰਪਾ ਕਰੇ ਸਤਿਗੁਰੂ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਦਬ ਪਾਵਨ ਭਗਤ ਵਿਸ਼ਵ ਪ੍ਰਣਾਮ। ਦੀਨ ਦੁਨੀ ਕੇ ਮਾਲਕ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹੋਰ ਅੰਦਰ ਜੁੜੇ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਿ ਸੰਗੀ ਜਨ, ਭਾਈ ਆਪਾਂ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਗੁਰਬਾਣੀ ਜੀ ਕਾ ਜਾਪ, ਅੰਮ੍ਰਿਤ ਰੂਪ ਸੰਪੂਰਨ ਸ੍ਰੀ ਆਸਾ ਜੀ ਪਾਠ ਦਾ ਕੀਰਤਨ ਸਰਵਣ ਕਰਨ ਦਾ ਸੋਹਣਾ ਸੁਭਾਗਾ ਅਵਸਰ ਪ੍ਰਾਪਤ ਹੋ ਰਿਹਾ ਸੀ। ਸੋ ਸਾਧ ਸੰਗਤ ਜੀਓ, ਆਪਣੇ ਸਥਾਨਾਂ ਦੀ ਮਰਿਆਦਾ ਅਨੁਸਾਰ ਜੋ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਚੱਲਦੀ ਪਈ ਹੈ, ਉਹਦਾ ਸੋਹਣਾ ਸਮਾਂ ਪਿਆ। ਆਓ ਭਾਈ ਆਪੋ ਆਪਣੀ ਸੁਰਤੀ ਵਰਤੀ ਨੂੰ ਸਤਿਗੁਰੂ ਮਹਾਰਾਜ ਦੇ ਚਰਨ ਕਮਲਾਂ ਵਿੱਚ ਜੋੜੀਏ, ਪਿਆਰ ਨਾਲ ਆਨੰਦ ਦੇ ਨਾਲ ਕਥਾ ਸੁਣ ਕਰਕੇ ਆਪਣੇ ਮੁਰਖਾ ਜਨਮ ਦਾ ਲਾਹਾ ਲਈਏ ਜੀ। ਬਸੰਤ ਮਹਲਾ ਤੀਜਾ। ਬਸੰਤ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਮਿਹਰ ਕਰਦੇ ਹਨ, ਬਖਸ਼ਿਸ਼ ਕਰਦੇ ਹਨ। ਕਿਰਪਾ ਕਰੇ ਸਤਿਗੁਰੂ ਮਿਲਾਏ। ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਨੇ ਰਹਾਉ ਵਾਲੀਆਂ ਪੰਕਤੀਆਂ ਅੰਦਰ ਜੋ ਬਚਨ ਕੀਤੇ ਨੇ ਇਸ ਪ੍ਰਕਾਰ ਹਨ। ਨਾਮੋ ਭੁੱਲੇ ਮਰਹਿ ਬਿਖ ਖਾਏ, ਬ੍ਰਿਥਾ ਜਨਮ ਫਿਰ ਆਪ ਜਾਏ। ਭਾਈ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਭੁੱਲ ਗਏ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਯਾਦ ਨਹੀਂ, ਉਹ ਵਿਸ਼ੇ ਵਕਾਰਾਂ ਦੀ ਬਿਖ ਜ਼ਹਿਰ ਖਾ ਕੇ ਹੀ ਮਰਦੇ ਰਹਿੰਦੇ ਹਨ। ਵਕਾਰਾਂ ਰੁਕੀ ਜ਼ਹਿਰ ਤੇ ਪੰਜ ਜਿਹੜੇ ਵਿਸ਼ੇ ਹਨ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਪੰਜਾਂ ਵਿਸ਼ਿਆਂ ਦੀ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜਾਂ ਵਕਾਰਾਂ ਦੀ ਜ਼ਹਿਰ ਖਾ ਕੇ ਮਰਦੇ ਹਨ। ਸਾਧ ਸੰਗਤ ਜੀ, ਜਿਹੜਾ ਵਾਹਿਗੁਰੂ ਦਾ ਨਾਮ ਹੈ, ਇਹੀ ਵਾਹਿਗੁਰੂ ਦੇ ਨਾਲ ਆਉਣ ਵਾਲਾ ਹੈ। ਨਾਮੀ ਵਿੱਚ ਤੇ ਨਾਮ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ, ਫਰਕ ਨਹੀਂ ਹੁੰਦਾ। ਸੋ ਨਾਮੀ ਦੇ ਨਾਲੋਂ ਨਾਮ ਵੱਡਾ ਹੁੰਦਾ ਹੈ। ਨਾਮੀ ਕਹਿੰਦੇ ਉਹਨੂੰ ਜਿਹਦਾ ਨਾਮ ਹੋਵੇ, ਤੇ ਸਾਧ ਸੰਗਤ ਦੀ ਨਾਮੀ ਨਾਲੋਂ ਨਾਮ ਵੱਡਾ ਕਿਉਂ ਹੈ? ਮੰਨ ਲਓ ਕਿਸੇ ਦਾ ਨਾਮ ਗਰਜਾ ਸਿੰਘ ਹੈ, ਤੇ ਜਦੋਂ ਹੀ ਆਪਾਂ ਰਸਨਾ ਦੇ ਨਾਮ ਲੈਂਦੇ ਹਾਂ, ਜਿਸ ਵੀ ਪਰਿਵਾਰ ਦਾ ਨਾਮ ਗਰਜਾ ਸਿੰਘ ਹੈ, ਉਹਦਾ ਉਸੇ ਵਕਤ ਹੀ ਅਕਸ਼ਰ, ਉਹਦਾ ਉਸੇ ਵਕਤ ਹੀ ਸਰੂਪ ਹੈ, ਆਪਣੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ।
ਐਵੇਂ ਹੀ ਸਾਧ ਸੰਗਤ ਜੀ ਜਦੋਂ ਵਾਹਿਗੁਰੂ ਕਹਿੰਦੇ ਹਨ ਤਾਂ ਵਾਹਿਗੁਰੂ 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 ਨਾਮ ਜਪਣ ਦੇ ਨਾਲ ਹੀ ਇਹ ਜਿਹੜਾ ਜੀਵ ਹੈ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ। ਨਾਮ ਜਪਦੇ ਨਾਮੀ ਵਿੱਚ ਅਭੇਦ ਹੋ ਜਾਂਦਾ ਪ੍ਰਾਣੀ। ਜਿਵੇਂ ਕਿ ਸਾਧ ਸੰਗਤ ਜੀ ਪਾਤਸ਼ਾਹ ਦੀ ਬਾਣੀ ਵਿੱਚ ਬਚਨ ਕਰਦੇ ਨੇ, ਜਾਂ ਗਲੀਆਂ ਨਾਲਿਆਂ ਟੋਭਿਆਂ ਦਾ ਜਲ ਜਾਏ ਪੈਰ ਸੁਰਸਰੀ ਸੁਰਸਰੀ ਮਿਲਕ ਪਵਿੱਤਰ ਪਾਵਨ ਹੋ ਜਾਵੇ। ਬਾਦਸ਼ਾਹ ਜੀ ਕਹਿੰਦੇ ਜਿਵੇਂ ਗਲੀਆਂ ਦਾ ਪਾਣੀ ਟੋਭੇ ਵਿੱਚ ਜਾ ਕੇ ਮਿਲਦਾ, ਨਾਲਿਆਂ ਵਿੱਚ ਜਾ ਕੇ ਮਿਲਦਾ। ਵਾਹਿਗੁਰੂ ਗਲੀਆਂ ਦਾ ਪਾਣੀ ਨਾਲਿਆਂ ਵਿੱਚ ਤੇ ਨਾਲਿਆਂ ਦਾ ਪਾਣੀ ਹੈ ਟੋਭਿਆਂ ਵਿੱਚ। ਜੇ ਟੋਭੇ ਤੋਂ ਵੀ ਗਾਂ ਜੇਕਰ ਪਾਣੀ ਦਾ ਨਿਕਾਸ ਹੋਵੇ, ਜੇ ਉਹ ਨਦੀ ਵਿੱਚ ਜਾ ਕੇ ਮਿਲਦਾ, ਨਦੀ ਤੋਂ ਦਰਿਆਵਾਂ ਵਿੱਚ, ਦਰਿਆਵਾਂ ਤੋਂ ਬਾਅਦ ਸਰਸਵਤੀ ਵਿੱਚ, ਗੰਗਾ ਦੇ ਵਿੱਚ। ਦੇ ਸਾਧ ਸੰਗਤ ਜੀ ਪਾਤਸ਼ਾਹ ਜੀ ਮੇਰੇ ਭਾਈ ਜਦੋਂ ਹੀ ਉਹ ਪਾਣੀ ਸੁਰਸਰੀ ਮਿਲਕ ਸਰਸਵਤੀ ਨਾਮ ਦੀ ਨਦੀ ਦੇ ਵਿੱਚ ਮਿਲਦਾ ਹੈ, ਇਹ ਮਿਲਦਾ ਸਾਰੀ ਪਵਿੱਤਰ ਪਾਵਨ ਹੋ ਜਾਵੇ। ਉਹ ਪਵਿੱਤਰ ਤੋਂ ਵੀ ਪਵਿੱਤਰ ਹੋ ਜਾਂਦਾ ਹੈ। ਇੱਕ ਪਾਣੀ ਦੀ ਜੋ ਮੰਜ਼ਿਲ ਹੈ ਕਿਉਂਕਿ ਇਹ ਸਮੁੰਦਰ ਹੈ। ਜੇਕਰ ਪਾਣੀ ਸਮੁੰਦਰ ਤੱਕ ਨਹੀਂ ਪਹੁੰਚ ਸਕਿਆ ਤਾਂ ਸਾਧ ਸੰਗਤ ਦੀ ਜ਼ਿਆਦਾ ਰਸਤੇ ਦੇ ਵਿੱਚ ਇੱਧਰ ਉੱਧਰ ਛਾਲ ਮਾਰ ਕੇ ਪ੍ਰਵਾਹ ਤੋਂ ਬਾਹਰ ਹੋ ਗਏ, ਤਰਕ ਜਾਵੇਗਾ। ਜੇ ਨਹੀਂ ਤਰਕਿਆ, ਕਿਸੇ ਕੂਏ ਵਿੱਚ ਪੈ ਗਿਆ, ਖੜਾ ਹੈ, ਬਦਲ ਆ ਜਾਵੇਗਾ, ਚੱਕਰ ਨੂੰ ਪੈ ਜਾਣਗੇ। ਕਿਉਂ? ਕਿਉਂਕਿ ਉਹ ਆਪਣੇ ਧੁਰੇ ਦੇ ਨਾਲ ਵਿਛੜ ਗਏ, ਮੰਜ਼ਿਲ ਰੁਕ ਗਈ। ਵਾਹਿਗੁਰੂ ਉਹਨੇ ਸਫ਼ਰ ਕਰਨਾ ਰੋਕ ਦਿੱਤਾ। ਝਰਨਿਆਂ ਦਾ ਪਾਣੀ ਵਗਦਾ ਤੇ ਇੱਕ ਝਰਨਿਆਂ ਦਾ ਜਿਹੜਾ ਪਾਣੀ ਉਹ ਨਦੀ ਵਿੱਚ ਜਾ ਕੇ ਮਿਲਦਾ। ਨਦੀ ਦਾ ਸਫ਼ਰ ਕਰਦਾ ਕਰਦਾ ਉਹਨੇ ਸਮੁੰਦਰ ਤੱਕ ਪਹੁੰਚਣਾ, ਪਰ ਜੇਕਰ ਰਾਹ ਦੇ ਵਿੱਚ ਹੀ ਰਹਿ ਜਾਵੇ ਤਾਂ ਸਾਹ ਸੰਤਰੀ ਖਰਾਬ ਹੋ ਜਾਂਦਾ। ਨਦੀ ਤੋਂ ਵਿਛੜ ਜਾਵੇ, ਵਿਛੜਨ ਦਾ ਮਤਲਬ ਛਾਲ ਮਾਰ ਕੇ ਬਾਹਰ ਆ ਗਿਆ, ਫਿਰ ਪਾਣੀ ਬਦਲਾ ਜਾਵੇਗਾ, ਖਰਾਬ ਹੋ ਜਾਵੇਗਾ। ਸੋ ਇਹ ਸਾਧ ਸੰਗਤ ਦੀ ਪਾਣੀ ਦੀ ਹੱਦ ਹੁੰਦੀ ਹੈ। ਜੇਕਰ ਫੁੱਲ ਦੇ ਨਾਲੋਂ ਵਾਹਿਗੁਰੂ ਜੀ ਦੇ ਪਾਣੀ ਦੇ ਨਾਲੋਂ ਫੁੱਲ ਟੁੱਟ ਜਾਵੇ ਤਾਂ ਫੁੱਲ ਦੇ ਜਿਹੜੇ ਫੁੱਲ ਪਹਿਲਾਂ ਵਾਲੀ ਰੌਣਕ ਨਹੀਂ ਰਹਿੰਦੀ, ਨੇਸ ਤੋਂ ਨਾਬੂਦ ਹੋ ਜਾਂਦਾ। ਇੱਕ ਪਾਣੀ ਜਦੋਂ ਸਾਧ ਸੰਗਤ ਝਰਨੇ ਤੋਂ ਵਿਛੜ ਜਾਂਦਾ, ਨਦੀ ਤੋਂ ਵਿਛੜ ਜਾਂਦਾ, ਉਹਦੀ ਮਾੜੀ ਹਾਲਤ ਹੋ ਜਾਂਦੀ ਹੈ। ਇੱਕ ਜਦੋਂ ਸਾਧ ਸੰਗਤ ਜੀ ਫੁੱਲ ਪਾਣੀ ਨਾਲ ਟੁੱਟ ਜਾਂਦਾ, ਵਿਛੜ ਜਾਂਦਾ, ਉਹਦੀ ਮਾੜੀ ਹਾਲਤ ਹੋ ਜਾਂਦੀ ਹੈ। ਐਵੇਂ ਹੀ ਕੋਈ ਵੀ ਪ੍ਰਾਣੀ ਜਦੋਂ ਆਪਣੇ ਧੁਰੇ ਨਾਲ ਟੁੱਟ ਜਾਂਦਾ, ਧੁਰਾ ਕੀ ਹੈ? ਆਤਮਿਕ ਸਰੂਪ। ਆਤਮਿਕ ਸਰੂਪ ਨਾਲ ਟੁੱਟ ਜਾਂਦਾ ਤਾਂ ਸਾਧ ਸੰਗਤ ਦੀ ਉਹਦੀ ਵੀ ਦੁਰਗਤੀ ਹੋ ਜਾਂਦੀ ਹੈ, ਮਾੜੀ ਹਾਲਤ ਹੋ ਜਾਂਦੀ ਹੈ। ਫੁੱਲ ਤੋੜਨ ਵਾਲੇ ਬਾਰੇ ਤਾਂ ਬਹੁਤ ਲੋਕਾਂ ਨੇ ਆਖਿਆ। ਇਹ ਭਾਈ ਸਰਦਾਰ ਵੀਰ ਸਿੰਘ ਨੇ ਵਚਨ ਕੀਤੇ ਨੇ, ਡਾਲੀ ਨਾਲ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ, ਲੱਕ ਗਾਹ ਜੇ ਸੰਗੇ ਪਾਗੇ ਇੱਕ ਖਾਲੀ ਨਾ ਜਾਈ। ਜੇ ਤੂੰ ਕੱਲਾ ਤੋੜ ਲੈ ਗਿਓ ਇੱਕ ਜੋਗਾ ਜਾਸਾਂ, ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿਕ ਖੜ ਜਾਈ। ਭਾਈ ਸਾਹਿਬ ਜੀ ਨੇ ਬਚਨ ਕੀਤੇ ਨੇ ਕਿ ਫੁੱਲ ਜਿਹੜਾ ਵੀ ਰਾਹੀ ਹੁੰਦਾ ਹਰ ਇੱਕ ਨੂੰ ਸੰਬੰਧੀ ਹੁੰਦਾ ਹੈ। ਉਹ ਹਰ ਇੱਕ ਨੂੰ ਇਹ ਗੱਲ ਕਹਿੰਦਾ ਵੀ ਸਗਣਾ ਨੂੰ ਟਾਉਣੀ ਨੂੰ ਨਾ ਤੋੜ ਵਾਲੇ ਨੂੰ ਕਹਿੰਦੇ ਡਾਲੀ ਨਾਲ ਤੋੜਦਾ ਸਾਂ ਅਸਾਂ ਹੱਕ ਮਹਿਕ ਦੀ ਐਸੀ ਹੱਡੀ ਲਾਈ ਹੋਈ ਹੈ ਮਹਿਕ ਦੀ ਸੰਬੰਧੀ ਦੀ।
जेकर लखन बंदे आ करके साडी सुगंधी लईआं महक लईआं तो इत्थे घाटा नहीं पवेगा, जिन्हें मर्जी मन मानी जा। पर जेकर तू कल्ले ही तोड़ के लै जाओ मैं तेरे जुगे रह पाऊंगा, वो भी थोड़े समय का मेल मिलाप है। बाद लोग भी मेरा चले जाना बुझा जाना, जी महक है वो भी हौली हौली करके हवा में खड़ जानी है। एक पानी का धुरा समुंदर है, एक सार समुद्री जिहड़ा फल है उन्होंने आनंद कितने टहनी नाल जुड़ के है, टहनी नाल टुट गया तो कख पड़े। एवें ही प्राणी का जिहड़ा सार समुद्री मुੱਢ है वो आत्मिक स्वरूप है। आत्मिक स्वरूप तक पहुँचने के वास्ते की करना पवे, गुरु धारण करना पवेगा। जिहड़े प्राणी गुरु तो बेमुख ने, गुरु तो टुट चुके हैं, वो परमात्मा तक नहीं पहुँच सकते। हाँ, जिन्हें भी गुरु धारण कर लिया, नाम भी ले लिया, पर नाम नाल टुट गए, वो भी परमेश्वर तक नहीं पहुँच सकते। क्यों? क्योंकि कमाई कोई नहीं की। सार संगत कमाई करनी पैंदी है। एक निक्की जी जिहड़ी बूंद है आसमान तो डिगी हुई मीह आई, सार संगत पूरी गुंजल विच हैगी है तो वो भी समुद्र ही है। निक्की जी बूंद वेख पहला सार संगत जी गलियां नालियां हौली हौली करदे करदे किन्ने सफर तय करने पैंदे है। आखिर महा बसां जाके महासागर विच मिलदी है। एवें अपनी जीवन की खेड है। जेकर आप परमेश्वर के नाम मिलना चाहते हैं तो नाम जपना अत्यंत जरूरी है। जिवें एक कोड़ा अपनी अग दे नाल विछड़ जाए ना, अग तो बाहर कढ़ ले तो काला हो जाता है, हमेशा काला हो जाता है। पर जदों ही आप सार संगत जी रख ली अग दे उत्ते सूहे जगड़ लगता, प्यारा लगता, सोहना लगता। वो इन्ना सोहना होंदा देखने का। कई बार जिहड़े बच्चे उन्होंने इन्ना सुंदर लगता कि हथ भी पा लेंगे, ज्ञान नहीं। इसे करके भाई साहब ने होर वचन की कहते साबण लाला कोला धोता, दुध दही विच पाया, बड़ा साबण लाला के कोले नूं धोता भी शायद चिट्टा हो जाए, दुध विच भी पाया दही विच भी पा देवे तो भी शायद चिट्टा हो जाए। खुंबे चाह रंगण भी धरिया, रंग ना उस वटाया। जे जिथे गिलारी बंदा कपड़े रंगण वाला सार संगत जी मट दे विच पा करके वस्त्रां का रंग है, कहते उत्थे चाढ़ के रंगण वास्ते भी रख दिता है। पर उन्हें भोरा के जिन्ना थोड़ा जिन्ना भी रंग ना बदलिया। साबण लाला कोला धोता तो दही विच पाया, खुंबे चाढ़ रंगण भी धरिया, रंग ना उस वटाया। ते कहते रंग ना उस वटाया, खुंबे चाढ़ रंगण भी धरिया, रंग ना उस वटाया। कहते सार संगत जी भाई साहब जी प्रश्न करते हैं कि आखिर अंग अग ते धर के देखो चढ़दा रूप सुआया। जेकर आप उसे कोड़े चक के फिर अग उत्ते रख दईए तो उसे वक्त में दुगना चौगना है कि सुआया वध तो वध सोहने तो सोहना रूप चढ़ता है। उसे वक्त की सार संगत जी अंगार बन जाता है, खिड़ जाता है, सूहा हो जाता है। कारण काला होने का की सी क्योंकि धुरे नाल टुट गया। एवें जब प्राणी अपने धुरे नाल परमेश्वर नाल टुट जाता है फिर कोई सार संगत जी आत्मक आनंद नहीं रहता है, वो जीवन में खेड़ा नहीं आता है। जिन्ना चर वाहिगुरू परमात्मा का नाम है उन्ना चर सुख है, सुख ना नाम है। पातशाह जी ने बाणी में वचन किया है कि प्यारे वाहिगुरू के नाम जपण तो बिना सुख नहीं है। हर बिसरत सदा खुआरी। वाहिगुरू परमात्मा का नाम जेकर विसर गया या फिर बिसरत परमात्मा भुला के जेकर बंदा विषयां में रत प्रीति करता है तो सदा हमेशा वास्ते खुआरी होती है, खराब नहीं होती। इस तो बाद होर कुछ नहीं होता।
इस करके वाहिगुरू का भुलना नहीं, चेते करना वार वार। सतगुरु जी ने बाणी में वचन किया, अब कलू आयो रे एक नाम भुवहो भुवहो, अनुरोध नाही नाही मत भरमा भुलहो भुलहो। हे भाई हम कलयुग का समा आ गया। एक वाहिगुरू परमात्मा के नाम की जो बीज है ना, इनू दिल में बोल लेना करो, बीज लेना करो। होर कोई रुद्द नहीं है, मता भी सोचो भी शायद कोई होर रुद्द है नहीं, क्योंकि आन रुद्दी टान हुई है, फल ना फुलता है। रुद्द होर होवे ते बीज होर बीजते हैं, तो पूरा साल संत ना तो फल मिलता है ते ना उन्होंने कोई फल ही लगता। क्योंकि गुरु का बीज बीजा नहीं धर्म है, सब लाहा मूल गवाएगा। खोटी रुत वाला माड़ी रुत वाला जेकर आप बीज बीज दईए तो वो जमना नहीं करेगा। कदे होगा गुरु का बीज बीज दईए होगा कदे नहीं। कहने सब लाहा मूल गवाएगा, लाहा तक ही मिलता है, तो सारा जो मूल है वो भी बंदा गवा देता है। एवं सार संत लियो पातशाह जी ने बाणी में वचन किया भी सतयुग सत त्रेता जग्गी द्वापर पूजा चिता, तीनों जुग तीनों दृढ़े कल केवल आपदा। पातशाह जी कहते कि सतयुग दे विच लोग सत बोल के सच बोल बोल के अपनी गति कर लेंगे सन, मुक्ति कर लेंगे सन। लोग सतगुर की होंगे सन, ताई मतलब सत युग आख्या जाता है, सच वाला युग है। त्रेता जगी सार संत जी त्रेता युग आया, जब लोग याग आदि करने लग पे, थंब लड़ देना नद उच्चे थां दे घड़ियाल बन देना। जिन्ना चर तक अपने आप खड़कदा नहीं, उन्ना चर तक लोगों में गफ्फा पानी वरताई जाना वरताई जाना, उन्ना चर वरताई। त्रेते युग दे विच लोग याग आदि कराया करते सन। माया शायद बहुत सी लोगों को बड़े ते जिहदे करके लोगों ने जग करना ते ये दिल हुंदा सी जग करन वालियां दा राजा अते राणी अपने विच तलवार रख के पैंदे सन कि जिन्ना चर तक जग संपूर्ण नहीं हुंदा उन्ना चर तक कोई मेल मिलाप नहीं, कोई सहयोग नहीं। सो सार संत जी तेता जग्गी द्वापर पूजा चार। जब द्वापर युग आया नारद कहा से पूज कराई। नारद मुनि के कहने ते लोग पूजा प्रतिष्ठा वाले पासे लग गए कि चलो जी तो पूजा प्रतिष्ठा कर लीए। इसे करके बुद्ध प्रस्ती जी से शुरू हो गई। जब अपने मन स्वरूप है पूजा कर के सार संगत बना लेना, पूजी पत्थर की मूर्ति बना लेना। द्वापर पूजा चार, द्वापर युग आया तो पूजा प्रतिष्ठा शुरू हो गई। बादशाह ने कहते गल सुन प्यारे हो, तीनों युग तीनों गढ़े तीन युग ने पिछले गढ़े, उन्होंने तीन प्रकार के जो कर्म सन बंदे परपक कराए जाते, दृढ़ करवाए जाते सन भी तुसीं काम करो तो तुहाडा भला होगा। पर यह है कल युग कला का युग। कहने कल केवल नाम पता, ये कल युग के अंदर केवल ही केवल सरद ही सरद वाहिगुरू परमात्मा के नाम के पदार आसरा है। साफ संत जी क्योंकि कल युग के लोगों की उम्र बहुत घट है। कहने सतयुग के 1 लाख वरिया की आरजा कोठे कोट नमन दसाए, लखा लखा वरिया की उम्र होती सी लोगों की, ना उन्होंने गला बनाना ना कि घर बनाना, कोई सार संत नहीं बहन का विश्वास नहीं। चुप करके अनंत में देख रहे उम्र ही बहुत लंबी है, लख लख वरिया उन्होंने योगा अभ्यास सीख लेना। योगा अभ्यास करके चौड़ा मार के 10 फ्लोर के स्वास करके बैठे रहना। वर्मी रंग जमना शरीर होते सार संत एवं तपस्या करा कर सारा। फिर कह त्रेता युग आ गया।
त्रेते युग के अंदर 10,000 ਜਿਹੜੀ ਉਮਰ ਲੈ ਗਏ। ਦੁਆਪਰ ਦੇ ਵਿੱਚ ਫਿਰ 1,000 ਬਰਸ। ਹੁਣ ਇਹ ਕਲਾ ਦਾ ਜਗ, ਇਹ ਕਲਯੁਗ ਦੇ ਵਿੱਚ 100 ਸਾਲ ਉਮਰ ਮਿਲਦੀ ਹੈ ਵਿਦਵਾਨਾਂ ਨੂੰ, ਸਿਆਣਿਆਂ ਨੂੰ, ਸਭ ਪੁਰਸ਼ਾਂ ਨੂੰ। ਪਰ ਜਿਹੜਾ ਯੁੱਗ ਚੱਲੀ ਜਾਂਦਾ ਇੰਨਾ ਤੇਜ਼ੀ ਜਿਹੜਾ ਖੁਰਾਕ ਪਾਣੀ ਹੈ, ਹਵਾ ਪਾਣੀ ਹੈ, ਉਸ ਹਿਸਾਬ ਦੇ ਨਾਲ ਬੰਦਾ 17 ਤੋਂ ਕੋਈ ਅਗਲਾ ਗੱਲੇ ਕਰਦਾ ਹੈ। ਪੁਰਾਣੇ ਜਿਹੜੇ ਬਜ਼ੁਰਗ ਨੇ ਉਹ ਕੱਢ ਜਾਂਦੇ ਨੇ, ਪਰ ਆਉਣ ਵਾਲਾ ਸਮਾਂ ਤਾਂ ਇਹ ਗੱਲ ਕਹਿੰਦਾ ਵੀ 17 ਤੋਂ ਕੋਈ ਗੱਲੇ ਟੱਪੇਗਾ। ਸੋ ਇਸ ਕਰਕੇ ਉਮਰ ਵੀ ਥੋੜੀ ਹੈ, ਸਰੀਰ ਦੇ ਵਿੱਚ ਇੰਨਾ ਬਲ ਵੀ ਨਹੀਂ, ਜ਼ੋਰ ਵੀ ਨਹੀਂ, ਤੇ ਨਾ ਸਾਰ ਸੰਤ ਨਹੀਂ ਕਿੰਨਾ ਸਮਾਂ ਹੀ ਕਲਾ ਦਾ ਯੁੱਗ ਹੈ, ਭੜਕਾਊ ਯੁੱਗ ਹੈ। ਸਾਦਗੀ ਨਾਮ ਦੀ ਤਾਂ ਕਿਤੇ ਕੋਈ ਚੀਜ਼ ਹੀ ਹੈ ਨਹੀਂ। ਇਸ ਕਰਕੇ ਇਹ ਕਲਾ ਦੇ ਯੁੱਗ ਦੇ ਅੰਦਰ ਪਾਤਸ਼ਾਹ ਜੀ ਨੇ ਕਲ ਕੇਵਲ ਨਾਮ ਆਧਾਰ, ਇਹ ਕਲਯੁਗ ਦੇ ਅੰਦਰ ਕੇਵਲ ਦੀ ਕੇਵਲ ਸੰਤ ਦੀ ਸੰਗਤ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਹੈ। ਹੁਣ ਜੇ ਬੰਦਾ ਕਹੇ ਕਿ ਪੁਰਾਣੇ ਯੁੱਗਾਂ ਵਾਂਗ, ਜਿਵੇਂ ਪੁਰਾਣੇ ਯੁੱਗਾਂ ਦੇ ਵਿੱਚ ਲੋਕ ਇਹ ਕਰਦੇ ਸਨ, ਸਾਧੂ ਕਰਿਆ ਕਰਦੇ ਸਨ ਵੀ 10 ਵਾਰ ਸਵਾਸਟ ਕਰਨਾ, 84 ਆਸਣ ਹੋਣੇ ਸਿੱਖ ਜਾਣਾ, ਇਹ ਤਾਂ ਸਰੀਰ ਵਾਲਾ ਸਰੀਰਾਂ 'ਚ ਉਨੀ ਸੱਤਾ ਨਹੀਂ ਹੈਗੀ। ਬਾਕੀ ਅੱਜ ਕੱਲ੍ਹ ਭੁੱਖ ਤੇ ਕੌਣ ਲੜਦਾ? ਕੋਈ ਨਹੀਂ ਲੜਦਾ। ਪੁਰਾਣੇ ਸਮੇਂ ਦੇ ਵਿੱਚ ਪ੍ਰਾਤਨ ਯੁੱਗਾਂ ਵਾਲੇ ਜਿਹੜੇ ਸਨ, ਸਾਰ ਸੰਤ ਨੇ ਉਹਨਾਂ ਨੇ ਭੁੱਖ ਤੇ ਕੱਟਣੀ, ਸਰੀਰ ਨੂੰ ਸਿਰਫ ਤੇ ਸਿਰਫ ਹਵਾ ਦੇ ਆਸਰੇ ਕਰਦੇ, ਪੌਣਹਾਰੀ ਬਣ ਜਾਂਦੇ ਸਨ। ਤਪ ਕਰਦੇ ਸਰੀਰ ਸੁੱਕ ਜਾਣਾ। 84 ਲੱਖ ਜੂਨ, 84 ਲੱਖ ਜੂਨਾਂ ਦੇ ਵਿੱਚੋਂ ਸਾਰ ਸੰਤ ਦੇ 84 ਮੁੱਖ ਜਿਹੜੇ ਜੀਵ ਨੇ ਉਹਨਾਂ ਵਾਂਗ ਆਸਣ ਹੋਣਾ ਸ਼ੁਰੂ ਕਰ ਦਿੱਤਾ ਵੀ ਚਲੋ ਸ਼ਾਇਦ ਐਂ ਕਦੀ ਹੋ ਜਾਵੇ। ਜਿਵੇਂ ਸ਼ਬਦ ਆਸਣ ਹੋ ਗਿਆ, ਗੁਰਦੁਆਰੇ ਆਸਣ ਹੋ ਗਿਆ, ਵੀਰ ਆਸਣ ਹੋ ਗਿਆ, ਪਦਮ ਆਸਣ ਹੋ ਗਿਆ, ਵਿਦਿਆਰਕ ਆਸਣ ਨਹੀਂ ਜਾਂਦੇ ਨੇ। 84 ਲੱਖ ਜੂਨਾਂ ਵਿੱਚੋਂ 84 ਮੁੱਖ ਜਿਹੜੇ ਜੀਵ ਨੇ ਉਹਨਾਂ ਵਾਂਗ ਆਸਣ। ਇਹਨਾਂ ਨੂੰ ਗਤੀ ਹੋਣ ਲੱਗੀ ਹੈ ਬੰਦੇ ਦੀ, ਕੋਈ ਆਤਮਿਕ ਤਰੱਕੀ ਹੋਣ ਲੱਗੀ ਨਹੀਂ। ਜੇ ਇਹਨਾਂ ਨਾਲ ਤਰੱਕੀ ਹੁੰਦੀ ਤਾਂ ਸੰਤੋਖਾ ਨਾਮ ਦਾ ਜਿਹੜਾ ਜੋਗੀ ਸੀ ਨਾ, ਉਹਨੂੰ ਇੰਨਾ ਲੰਬਾ ਸਮਾਂ ਬੈਠਣਾ ਪੈਂਦਾ। ਸਾਧ ਸੰਗਤ ਦੇ ਧੰਨ ਧੰਨ ਸਾਧੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਘਰ ਦੇ ਅੰਦਰ ਧੰਨ ਬਾਬਾ ਬੁੱਢਾ ਸਾਹਿਬ ਦੇ ਬ੍ਰਹਮ ਗਿਆਨੀ ਗੁਰਸਿੱਖ ਮਹਾਂਪੁਰਖ ਹੋਏ। ਕਹਿੰਦੇ ਜਦੋਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੰਤੋਖ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ, ਸਰੋਵਰ ਹੈ, ਉਹਦੀ ਸੇਵਾ ਸਤਿਗੁਰੂ ਮਹਾਰਾਜ ਜੀ ਦੁਆਰੇ ਫਿਰ ਆਰੰਭ ਕਰਾਈ। ਕਿਉਂਕਿ ਥੋੜੀ ਜਿਹੀ ਸੇਵਾ ਜਿਹੜੀ ਸੀ ਪਹਿਲਾਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਕਰਵਾਈ ਸੀ, ਬਾਅਦ ਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਸ਼ੁਰੂ ਕਰਵਾਈ, ਆਰੰਭ ਕਰਵਾਈ। ਜਦੋਂ ਸਰੋਵਰ ਦੀ ਕਾਰਕ ਕੱਢੀ ਗਈ, ਬਹੁਤ ਜਿਹੜਾ ਮਿੱਟੀ ਪੁੱਟ ਕੇ ਕੱਢੀ ਗਈ, ਆਖਰ ਵਿੱਚ ਇੱਕ ਮੱਟ ਨਿਕਲਿਆ। ਜਦੋਂ ਮੱਟ ਨਿਕਲਿਆ, ਉਹ ਮੱਟ ਦੇ ਦਰਵਾਜ਼ੇ ਨੂੰ ਭੰਨਿਆ ਤਾਂ ਉਸ ਵੇਲੇ ਕੀ ਵੇਖਿਆ ਕਿ ਅੰਦਰ ਤੱਕ ਯੋਗੀ ਪੁਰਖ ਬੈਠਾ ਹੈ, ਸਾਧੂ ਪੁਰਖ ਬੈਠਾ ਹੈ। ਧੰਨ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਬੁਲਾਇਆ ਗਿਆ, ਕਿਉਂਕਿ ਆਪ ਦੀ ਸੇਵਾ ਕਰਨ ਦੇ ਸਭ ਨੇੜੇ ਸਨ। ਸਤਿਗੁਰੂ ਮਹਾਰਾਜ ਸਾਹਿਬ ਜੀ ਪਾਸ ਆਏ। ਜਦੋਂ ਵੇਖਿਆ ਬਾਬਾ ਬੁੱਢਾ ਸਾਹਿਬ ਨੇ ਕਿ ਇਹ ਤਾਂ ਜੋਗੀ ਪੁਰਖ ਹੈ, ਸਤਿਗੁਰਾਂ ਨੂੰ ਪੁੱਛਿਆ ਬਾਦਸ਼ਾਹ ਜੀ ਹੁਕਮ ਕਰੋ। ਸਤਿਗੁਰੂ ਜੀ ਕਹਿੰਦੇ ਭਾਈ ਪਿਆਰ ਕਰੋ, ਇਹਨੂੰ ਰੂਮ ਵਿੱਚ ਲਪੇਟ ਕੇ ਬਾਹਰ ਕੱਢੋ। ਕਿਉਂਕਿ ਸਾਧ ਸੰਗਤ ਜੀ ਜਿਹੜਾ ਜੋਗੀ ਪੁਰਖ ਹੈ, ਜਿਹਨੂੰ 10 ਵਾਰ ਸਪਸ਼ਟ ਪਾਉਣੇ ਆਉਂਦੇ, ਉਹ ਜਿੰਨਾ ਚਿਰ ਮਰਜ਼ੀ ਬੈਠਾ ਰਹੇਗਾ, ਉਹਦਾ ਸਰੀਰ ਕਦੇ ਖਰਾਬ ਨਹੀਂ ਹੁੰਦਾ, ਗਲਦਾ ਨਹੀਂ ਹੈ। ਸਗੋਂ ਦੇ ਵਿੱਚ ਮਹਿਕ ਆਉਣ ਲੱਗ ਪੈਂਦੀ ਹੈ, ਸੁਗੰਧੀ ਆਉਣ ਲੱਗ ਪੈਂਦੀ ਹੈ। 10 ਵਾਰ ਵਿੱਚ ਸਵਾਸਟ ਪਾਇਆ, ਫਿਰ ਸਰੀਰ ਖਰਾਬ ਨਹੀਂ ਹੁੰਦਾ। ਜੇ ਮਰ ਗਿਆ ਫਿਰ ਦਵਾਈਆਂ ਬੂਟੀਆਂ ਆਉਣ ਦੀ ਲੋੜ ਹੈ। ਸੋ ਸਾਧ ਸੰਗਤ ਜੀ ਹੋਇਆ ਕਿ ਸੰਤੋਖੇ ਜੋਗੀ ਨੂੰ ਪਿਆਰ ਨਾਲ ਹੌਲੀ ਹੌਲੀ ਕਰਕੇ ਰੂਮ ਵਿੱਚ ਲਪੇਟ ਕੇ ਬਾਹਰ ਕੱਢਿਆ ਤੇ ਮੱਖਣ ਚ ਸਹਿ ਤਲਣਾ ਦੇ ਵਿੱਚ, ਪੈਰ ਦੀਆਂ ਤਲਣਾ ਚ, ਹੱਥ ਦੀਆਂ ਤਲਣਾ
नाले थोड़ा सिर में भी मक्खन चसे ठंडा होता है। तो साध संगत जी जदों मक्खन चसिया तो उस वक्त 10 द्वार के विचों विश्वास उतरे। जदों जोगी पुरख के नेत्र खुले तो उस वक्त के साध संगत जी धन बाबा बुढ़ा साहब जी ने इशारा किया पंज उंगलों का। पंज उंगलों मतलब पंज काबू विच ने तो अगों जोगी पुरख ने नाम च सरारा भी नहीं हले भी काबू विच। सतयुग के वेले तो बैठा कलयुग आ गया पर साध संगत जी हले तक काबू नहीं आए। क्यों? क्योंकि साध संगत जी मन निर्मित नहीं। 10 लाख द्वार दो प्रकार का योग होता है, एक अगरबत योग एक सगरबत योग। अगरबत योग उन्होंने आख्या जाता है साध संगत जी जिवें लोग आसन आदि लाउंदे ने 84 आसन लाउंदे ने धक्के दे नाल 10 द्वार खोलते हैं तरह तरह के साधन करते। सगरबत योग वो होता है साध संगत जी शब्द द्वारा बाणी द्वारा नाम के अभ्यास द्वारा 10 द्वार खुले। ये दो प्रकार का जो 10 द्वार खुलना है ना इतने आ करके बर्तन भी 2 प्रकार के बन जाते हैं। पर जिन्हें शब्द द्वारा खुले हुए कमाई करके पूरा तो मन शांत ही रहता है, आनंद ही रहता है, पूरा रस रहता है परमात्मा का कीड़ा मारना। पर जिन्हें योगा अभ्यास द्वारा खुले हुए साध संगत जी पूरे मन की भटकना बड़ी रहती है, ਉਹਦੇ ਮਨ ਦੀ ਭਟਕਣਾ ਬੜੀ ਰਹਿੰਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜੰਗਲ ਵਿੱਚ ਜਾ ਰਹੇ ਸਨ। ਭਾਈ ਮਰਦਾਨਾ ਜੀ ਨਾਲ ਸਨ। ਭਾਈ ਮਰਦਾਨਾ ਜੀ ਨੇ ਜਦੋਂ ਸਾਧ ਸੰਗਤ ਜੰਗਲ ਜਾਂਦੇ ਹੋਏ ਕੀ ਵੇਖਿਆ? ਕਿਉਂਕਿ ਸਾਧੂ ਬੈਠਾ ਹੈ, ਜੋਗੀ ਬੈਠਾ ਹੈ ਤੇ ਨੇਤਰ ਬੰਦ ਨੇ, ਉੱਚੀ ਉੱਚੀ ਗੱਲਾਂ ਹੱਸੀ ਜਾਂਦਾ ਹੈ। ਬੇਨਤੀ ਕੀਤੀ ਸਤਿਗੁਰੂ ਮਹਾਰਾਜ ਜੀ ਕਿਉਂ ਹੱਸਦਾ ਪਿਆ ਹੈ? ਪਾਤਸ਼ਾਹ ਜੀ ਕਹਿਣ ਲੱਗੇ ਭਾਈ 10 ਦੁਆਰ ਨੂੰ ਸਮਾਪਤ ਕਰ ਦੇਣਾ। ये अपना सुगम व्यक्ति द्वारा दिल्ली के अंदर कोई पेशवा के पूरा नाच देख के हंसता पाया, खुश होता पाया। भारत की 10 द्वार खुलने के नाल भी बंदे मन निर्मल नहीं होता। पातशाह जी ने हाँ भाई मन निर्मल नहीं 10 द्वार 10 द्वार के अंदर सवास पाने के नाल भी बंदे का मन नहीं हो जाता। अगे शब्द के अभ्यास करने द्वारा खुले जाए तो 10 द्वारा करना अपारा पर की घट ही है। जब साध संगत जी बाबा बुढ़ा साहब जी ने 5 उंगलों खड़ियां कीतियां, पंजा खड़ा किया, कहते नहीं काबू पुछया भाई किहड़ा योग है? बाबा बुढ़ा साहब जी कहते कि कला का योग है। कल योग है जी, समा किहड़ा चलदा है, अवतार कौन ने? दस्या कि धन धन सतगुरु श्री गुरु नानक देव महाराज के स्थान से धन श्री गुरु अर्जन देव महाराज जी का 5वें नानक पातशाह महाराज जी का जब वचन सुने तो उस वक्त साध संगत जी इन्हें प्यार नाल सतगुरु महाराज जी का पता करके चरणों में नमस्कार की, मत्था टेकिया, नमस्कार होई ते बेनती की सतगुरु जी आप जी चरनी बेनती है, बड़ा लंबेरा समा हो गया बैठे हो भाई कारण की इन्ना लंबा समा बैठने का? कहते जी मैं अपने गुरु को बेनती की सी भी कृपा करके मैंने ब्रह्म ज्ञान की दात बख्शे। तो उन्होंने वचन किया भाई तेरा अभी समा नहीं आया भी तेन ब्रह्म ज्ञान की दात प्राप्त हो, हले समा नहीं आया। हाँ आवेगा कलयुग के अंदर, कलयुग के दरबार फिर लेकर तो जब उतारेगा तब धन श्री गुरु अर्जन देव महाराज जी होंगे, गुरु नानक पातशाह महाराज जी अवतार होंगे कलयुग में। उन्होंने रंग तेरा सितारा होना बड़ा होना। कहता है इस करके जो मैं देखा भी मेरे गुरु ने मुझे वचन दस दिता तो मैं वचन का भरोसा रखा तो नाल ही बेनती की कि शरीर का की पता होता जी किहड़े वेले चंगे बंदे पासे बढ़ जाए। बेनती है कि आपने मैं इस शरीर में ही रहने दो, योगा अभ्यास सिखा दो। कहते मेरे गुरु ने
मैनू 10 और बोलना सिखाया, श्वास पाने सिखा दिते। बस उदों तक कहना मैं मठ दे विच ही बैठा है। हाँ साफ संगत जी कहते एक सदी बाद 100 साल बाद धरती है जी एक गिट उच्ची हो जाती है अपने आप। दुनिया इन्नी खत्म होती है, इन्नी मरती है, मुकती है, कहते कुछ कहाँ हो जाती है तो मैं पहले बाहर ही से, पर करदे करदे साफ संगत जी धरती के थले विलोप हो गया। सो इस करके जो सतगुरु महाराज ने दर्शन किए, बेनती की बादशाह कृपा करके मैंने ज्ञान बख्शो परमात्मा का। सतगुरु महाराज ने उस वेले तक किया, भाई बाजीगर जैसे बारी गाई, नवा रूप भेद दिखलाई, सार प्रताप में उपासारा, तब एक ओंकार। गुरु महाराज साहब जी ने इस संपूर्ण शब्द उच्चारण किया। आख्या कि भाई सुन ध्यान देगा, जिवें बाजीगर हुंदा जिहड़ा वो बाजी पाउंदा, खेडा पाउंदा, नाना रूप भेद दिखलाई, अनेक तरह के रूप में विखाउंदा है, भेद लिबास बना के विखाउंदा है। पर जदों वो खेड पूरी कर लैंदा है ना, तो सार उकार जिहड़ा सुआग विच रखदा है, जिहड़ा उहने लिबास पाया हुंदा है, उहनूं ला के थम्मिओं का सारा जिन्हां ने खलारा पाया हुंदा है, सारा थंम दे अंदर इकट्ठा कर दिंदा है, समान पानी सब पासे रख दिंदा है। जदों खेडे पाउंदा है, उहदे कदे सिपाही बन जांदा है, कदे वजीर बन जांदा है, कदे चोर बन जांदा है, कदे राजा बन जांदा है, तरह तरह के प्रोग्राम करदा। पर जदों ये खेड पूरी हो जाती है तो उस बाद अपने आप ही सारे समान संकोच के पासे दे रख दिंदा है। उदों कौन बचदा? कल्ला सिर्फ दी सिर्फ बाजीगर बचदा है। गुरु साहिब जी कहते कि भाई सार उठा तम्यो पासारा, तब एक ओंकार। उदों सिर्फ दी सिर्फ कल्ला बाजीगर बचदा। एवें ही बाजीगर दी ने जो वाहिगुरू परमात्मा है ना, उन्हें इस संसार रूपी बाजी पाई हुई है। बादशाह जी ने तीन छंदे खेल आशा है, ये त्रिशंदा खेल है परमात्मा ने रचा। रजोगुण तमोगुण सतोगुण, ये तिन्ना गुणा तो सारी सृष्टि पैदा हुई है, बनी हुई है। ये तिन्ना गुणा तो जिन्नी सारी सृष्टि बनी हुई है ना, ये त्रिशंदा खेल है। सतगुरु महाराज जी किया खेल बन मेल तमाशा, वाह गुरु तेरी सब रचना। हे परमात्मा ये सारी तेरी रचना है जी, ये खेड़ है, कुलोल है, कौतक है, ये तमाशा है। सो सार संगत जियो इस करके ये सारे का सारा जो संसार है ये बाजीगर वाहिगुरू परमात्मा की खेड़ है। रंगी रंगी भांति कर कर जैसे माया जन उपाई, पहला एक है अल्लाह से वाहिगुरू परमात्मा, पर अनेक है अनेका रूप हो गए। कौन अनेक है अनेका रूप है, आने वाले समय में फिर एक है, आने वाले समय एक ही रहेगा। है वाहिगुरू एक ही, उन्हें खेड़ चाहन करके तो बहुत प्रकार का संसार आएगा, क्योंकि साड़ी निगाह में करके आप खेड़ में उलझ गए। जो बाजीगर खेड़ पाना है, जोड़े बंदे उलझ जाते हैं, ये कमाल हो गई है भी पहला सिपाही भी सी, इत्थे वजीर भी सी, चोर भी सी, राजा भी सी, ते हुण कल्ला अपना बाजीगर ही रह गए। सो एवं सार संगत आप संसार के मोह ममता विच पैण करके, अपनी दिल दृष्टि ना रखण करके आप बहुत प्रकार का संसार वेखते हैं, तरह तरह की दुनिया वेखते हैं। पर बहुत प्रकार संसार के अंदर एक ही निरंकार है, निरंकार वाले परमेश्वर की है। इसे करके सतगुरु महाराज ने बाणी उच्चारण करते हैं, ओंकार के 63 प्रकार का भेद बनाया गया। कोई ओ नम पर जाता सी, कोई ओ नम है कहता, तरह तरह के लोग जप करते सन। ये करदे ओंकार जो अखर से 63 प्रकार का हो गया। पर सारे गुरु महाराज ने भले हो वाहिगुरू का एक है, एक ओंकार वाहिगुरू एक है, तो ओंकार सारे का ही प्रकाशक है, सारे में बनाने वाला कोई हुआ है। सो साध संगत जियो बाजीगर जैसे बारी पाई, नाना रूप भेद दिखे, तरह तरह के रूप रंग दिखते पे दिखाता पे परमात्मा। पर जदों का फरमा हो गया ना भी मैं सारे खेड़ संकोच तो उस
भी साथ संगत जी खिला देना, परमेश्वर ने इक्के दम इकट्ठा कर लेना, थम देना, सारे का सारा संकोच देना। जो संकोच दिता तब एक एक ओंकार, एको एक वाहिगुरू परमात्मा सारा का प्रकाश है जो कोई हो रहना। इस करके सार संगत जीओ बंदे का 10 पवार दे विच मन टिक रहना ये भी कोई वड्डी गल नहीं। जिहड़ा आत्मिक ज्ञान होना, नानक लीन भयो को विदसिओ जियो पानी संग पानी, एक मिक हो जाना ये बहुत गंदी अवस्था है। 10 पवार तो पूरी ही रह जाता है। रित रित सिर अपना साल ये तो होली स्वाद दे विच रखदियां बंदे नूं ते सार संगत परमात्मा दा कदम चढ़ी जांदियां गईयां। बंदा परता विच पै जांदा, लोग बड़े करन लग पैंदे ने, आके पूजण लग पैंदे ने, पर इस विच ही उलझ के रह जांदा। पर जे इन्हां चीज़ां नूं छड्ड के तुरिया रहे पर 10 पवार तो बाद विच गुरु साहिब जी कृपा होर गां तुरिया रहे, बदगी नूं जारी रखे ते फिर आनंद ही आनंद है। फिर एक अवस्था हो जाती है, कैद मुक्ति जिहड़ी पूरी दात प्राप्त हो जाती है। सो सार संगत दी खेड़ कित्थों चले ये जुगाड़ चार व्यवस्था क्यों जुगाड़ रखो खरा मात मैं सतगुरु जी कहते भी कल जुग है। कल जुग में एक नाम खुदा बाबा नानक आख्या एहो विचार जे सार संगत दी भला बुरा होंदा ना 10 पवार विश्वास पाउंदे का संतोखे जोगी नूं इन्ना लंबा समा चौड़ा मारन दी लोड़ कोई नहीं सी। सतगुरु जी ने ज्ञान बख्श के फल किया। फिर उन्होंने चरणों च बेनती की, पातशाह की कृपा करके चरणों में वास बख्शो, ज्ञान की दात आपने बख्श दी है। सतगुरु महाराज ने फिर उन्होंने सार संगत ज्ञान बख्श के हाल किया, नाले अपने चरण कमलों में वास बख्शे। सो एवं करके सार संगत जीओ ये 10 पवार आज कोई विश्वास पाने, जप तप करने, जल धारे करने, धूणियां पाउणियां, ये पहले जुगां का काम से। और की है सार संगत नाल नाल कार्य करी जाओ, वाहिगुरू 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 सिमरन करी जाओ, सेवा करते नाल सिमरन करी जाओ। घर में गप्पा पानी कटदा बीड़ियां पवाउंदियां उदों वाहिगुरू वाहिगुरू करी जाओ, घर में पट्ठे पाउंदे बीड़ियां उदों भी वाहिगुरू वाहिगुरू करी जाओ। इसे करके तो भगत ने आख्या कि हाथ काम कर काम सब चीत निरंजन नाम। सार संगत हत्थां पैरां नाल सारा कार्य करो ते चित्त जिहड़ा वो माया रूपी काल तुरंत वाहिगुरू परमात्मा नाल जोड़ के रखो। सो सार संगत जीओ सतगुरु महाराज ने इत्थे नाम की खेड दसी है सारी की सारी। भाई जिहड़े नाम तो भुल जाते हैं वो विकारा रूपी विख जहर खा करके मरे मर जाते हैं। सतगुरु पातशाह जी ने बाणी विच वचन कीता, दुध बिन धेन पंख बिन पाखी जल बिन उद कुल काम नाही। क्या सुल्तान सलाम महीना अंधी कोठी तेरा नाम नाही। की विसरहे दुख बहुता लगे, दुख लगे तू विसर नाही। श्री गुरु नानक देव महाराज ने बाणी वचन कीता है कि भाई दुध तो बिना धेन जिहड़ी गां है ना ये किसी काम की नहीं मिलती। दुध तो बिना धेन गां किसी काम की नहीं, निकम्मी हो जाती है भी रख लिया कर दो कोई नहीं। सार संगत जी उसने वक्त छड़ दिता जाता है, बाहर कढ़ दिता जाता है, घर बच्चों निकाल रहती नहीं। होर भी कोई कारण हो जाता है। दुध बिन धेन पंख बिन पाखी, कहते खंभा तो बिना पंछी है जो कहता नहीं कह खंभा तो बिना पंछी जे पंख है तो फिर पंछी है। खंभा तो बिना पाखी किसी काम का नहीं, जल बिना उद कुछ काम नहीं। पानी तो बिना जी खेती है जी फसल है ये किसी काम की नहीं है, सुक जाती है हरी भरी। क्या सुल्तान सलाम भी होना भाई जेकर सलाम ही नहीं करता, पुछ गिछ ही कोई नहीं करता तो कहता राजा भाई कोई राजा नहीं होवे राजा कि बड़ी का बंदा भी ना पूछे। सार संगत पातशाह जी कहे क्या सुल्तान सलाम भी होना अंधी कोठी तेरा नाम है। वाहिगुरू परमात्मा उस शरीर रूपी कोठी अन्नी है जिथे परमेश्वर तेरा नाम नहीं आता है। की विसरे दुख बहुता लगे, ये परमेश्वर क्यों बोलता है सानू बहुत ही ज्यादा दुख लगता है। किहड़ा दुख लगता है
मुस्सर नाही। परमेश्वर काल को दो मोहकार आदि ਜਿਹੜੇ ਵਿਕਾਰ ਨੇ ਨਾ ਵਿਸ਼ੇ ਨੇ ਇਹਨਾਂ ਦਾ ਵਾਰ-ਵਾਰ ਆ ਕੇ ਜੁੜਦਾ। ਉਹ ਪਰਮੇਸ਼ਰ ਸਾਨੂੰ ਭੁੱਲਦਾ ਤੇ ਇਹਦਾ ਨਾਮ ਹਮੇਸ਼ਾ ਵਾਸਤੇ ਯਾਦ ਰੱਖਦਾ। ਇਸੇ ਪ੍ਰਕਾਰ ਪਾਤਸ਼ਾਹ ਜੀ ਦੁੱਧ ਬਿਨਤੇ ਸਾਧ ਸੰਗਤ ਦੀ ਜਿਹੜੀ ਜੀਵ ਰੂਪੀ ਗਊ ਹੈ ਨਿਸ਼ਕਾਮ ਕਰਮ ਰੂਪੀ ਦੁੱਧ ਤੋਂ ਬਿਨਾਂ ਇਹ ਕਿਸੇ ਕੰਮ ਦੀ ਨਹੀਂ। ਪੱਖ ਬਿਨ ਪੌਂਕੇ ਸਿੱਖ ਜਿਹੜਾ ਹੈ ਇਹ ਬਾਣੀ ਬਾਣਾ ਪੱਖ ਪਛਾਣੋ ਸਿੰਘ ਗੁਰੂ ਦਾ ਪੰਛੀ ਜਾਣੋ। ਇਹ ਜਿਹੜਾ ਸਾਧ ਸੰਗਤ ਦੀ ਜੀਵ ਰੂਪੀ ਪੰਛੀ ਹੈ ਨਾ ਜਿਹਦੇ ਕੋਲ ਬਾਣੀ ਨਹੀਂ ਅਤੇ ਬਾਣਾ ਨਹੀਂ ਉਹ ਨਿਕੰਮਾ ਹੈ। ਉਹ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ, ਸੱਚਖੰਡ ਤੱਕ ਉਡਾਰੀ ਮਾਰ ਕੇ ਨਹੀਂ ਜਾ ਸਕਦਾ। ਕਹਿੰਦੇ ਸੇਵਾ ਸੰਬੰਧ ਪੱਖ ਪਛਾਣੋ ਸਿੰਘ ਗੁਰੂ ਦਾ ਪੰਛੀ ਜਾਣੋ। ਸੇਵਾ ਦੇ ਸੰਬੰਧ ਵੀ ਦੋ ਕੰਮ ਨੇ। ਦੁੱਧ ਬਿਨ ਧੇ ਪੰਖ ਬਿਨ ਪੰਖੀ ਜਲ ਬਿਨ ਉਤ ਕੁਝ ਕੰਮ ਨਹੀਂ। ਪਾਣੀ ਤੋਂ ਬਿਨਾਂ ਖੇਤੀ ਹੈ ਜਿਹੜੀ ਸਾਧ ਸੰਗਤ ਦੀ ਕਿਸੇ ਕੰਮ ਦੀ ਨਹੀਂ ਹੁੰਦੀ ਹੋਵੇ। ਐਵੇਂ ਹੀ ਸਾਧ ਸੰਗਤ ਦੀ ਪ੍ਰੇਮ ਰੂਪੀ ਜਲ ਤੋਂ ਬਿਨਾਂ ਸ਼ੁਭ ਗੁਣਾਂ ਰੂਪੀ ਜਿਹੜੀ ਖੇਤੀ ਹੈ ਨਾ ਇਹ ਕਿਸੇ ਕੰਮ ਦੀ ਨਹੀਂ। ਕਿਉਂ? ਕਿਉਂਕਿ ਉਹ ਪਖੰਡ ਬਣ ਜਾਂਦਾ। ਜਿਹੜੇ ਸ਼ੁਭ ਬਣਦੇ ਨੇ ਪਾਤਸ਼ਾਹ ਜੀ ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨਾ ਹਰ ਵਿਸਰਤ ਤੇਰੇ ਗੁਣ ਗਾਇਆ। ਵਾਹਿਗੁਰੂ ਪਰਮਾਤਮਾ ਦੇ ਵਿਸਰਤ ਕਰਕੇ ਭੁੱਲਣ ਕਰਕੇ ਇਹ ਜਿਹੜੇ ਤੇਰੇ ਸ਼ੁਭ ਗੁਣ ਨੇ ਇਹ ਗਾਲੀ ਜਾਣ ਵਾਲੇ ਨੇ, ਖਤਮ ਹੋ ਜਾਣ ਵਾਲੇ ਨੇ, ਕੋਈ ਲਾਭ ਨਹੀਂ ਇਹਨਾਂ ਦਾ। ਪ੍ਰੇਮ ਰੂਪੀ ਜਲ ਤੋਂ ਬਿਨਾਂ ਸ਼ੁਭ ਗੁਣਾਂ ਦੀ ਜਿਹੜੀ ਖੇਤੀ ਹੈ ਹਮੇਸ਼ਾ ਵਾਸਤੇ ਦਿਲ ਵਿੱਚ ਹਰੀ ਭਰੀ ਨਹੀਂ ਰਹਿੰਦੀ। ਕਿਆ ਸੰਤਾਨ ਸਲਾਮ ਹੋਣਾ ਵਰਾਗ ਰੂਪੀ ਸਾਧ ਸੰਗਤ ਜੀ ਬਾਦਸ਼ਾਹ ਦਾ ਕਿਉਂਕਿ ਬਿਰਹਾ ਬਿਰਹਾ ਆਖੀ ਹੈ। ਬਿਰਹਾ ਕੋ ਸੁਲਤਾਨ ਫਰੀਦਾ ਜਿਤ ਤਨ ਬਿਰਹੋ ਨਾ ਪੂਜੈ ਸੋ ਤਨ ਜਾਨ ਸਾਂ। ਬਿਰਹਾ ਅਰਥ ਵਿਛੋੜਾ ਵੀ ਹੈ। ਜੇ ਵਿਛੋੜੇ ਦਾ ਅਹਿਸਾਸ ਨਹੀਂ ਹੋਇਆ ਬਿਨਾਂ ਰੱਬ ਤੋਂ ਵਿਛੜਿਆ ਤੇ ਬੰਦਾ ਮਿਲਣ ਵਾਸਤੇ ਉਦਮ ਕਰੇਗਾ ਨਹੀਂ। ਬਿਰਹਾ ਦਾ ਅਰਥ ਪ੍ਰੇਮ ਵੀ ਹੈ। ਸੋ ਸਾਧ ਸੰਗਤ ਜੀਓ ਕਿਆ ਸੁਲਤਾਨ ਸਲਾਮ ਨਹੀਂ ਹੋਣਾ। ਜੇਕਰ ਵਿਛੋੜੇ ਰੂਪੀ ਵਿਛੋੜੇ ਦਾ ਅਹਿਸਾਸ ਰੂਪੀ ਬਾਦਸ਼ਾਹ ਜਿਹੜਾ ਹਿਰਦੇ ਦੇ ਅੰਦਰ ਤੇ ਸਾਧ ਸੰਗਤ ਜੀਓ ਤੇ ਜੇਕਰ ਵਿਛੋੜੇ ਕਰਕੇ ਪਰਮਾਤਮਾ ਦੇ ਮਿਲਣ ਦੀ ਤਾਂਘ ਨਹੀਂ ਖਿੱਚ ਨਹੀਂ ਹੈ ਐਸੀ ਸਲਾਮ ਤੋਂ ਬਿਨਾਂ ਜਾਂ ਵਿਛੋੜਾ ਵੀ ਕਾਹਦੇ ਕਰਦਾ ਇਸੇ ਕੰਮ ਦਾ ਕਿਉਂ ਪਖੰਡ ਬਣ ਜਾਂਦਾ। ਉਤੋਂ ਬੰਦਾ ਸਾਧ ਸੰਗਤ ਦੀ ਆਖਾਂ ਪੀਤਲ ਦੀ ਤੇਲ ਕੋ ਡਾਲ ਲੋਗਨ ਨੀਰ ਬਹਾਏ ਦਿਖਾਵਾ। ਅੱਖਾਂ ਦੇ ਵਿੱਚ ਤੇਲ ਪਾ ਕੇ ਲੋਕਾਂ ਨੂੰ ਸਾਧ ਸੰਗਤ ਦੀ ਹੰਝੂ ਲਗਾ ਹੋਇਆ ਜੀ ਮੈਨੂੰ ਬਹੁਤ ਰਾਕਸ਼ ਹੈ, ਮੈਨੂੰ ਬਹੁਤ ਹੀ ਜ਼ਿਆਦਾ ਬਰਾਗੜੀ ਹੈ ਲੋਕਾਂ ਨੂੰ ਪਖੰਡ ਕਰਕੇ ਵਿਖਾਉਣਾ। ਇਹ ਸਾਧ ਸੰਗਤ ਦੇ ਪਖੰਡ ਦੇ ਨਾਲ ਵਾਹਿਗੁਰੂ ਪਰਮਾਤਮਾ ਨਹੀਂ ਭਜਦਾ ਕਦੇ, ਪਰਮੇਸ਼ਰ ਨੇ ਖੁਸ਼ ਹੁੰਦਾ। ਕਿਆ ਸੁਲਤਾਨ ਸਲਾਮ ਹੋਣਾ ਅੰਧੀ ਕੋਠੀ ਤੇਰਾ ਨਾਮ ਨਹੀਂ। ਇਹ ਵਾਹਿਗੁਰੂ ਪਰਮਾਤਮਾ ਉਹ ਹਿਰਦਾ ਰੂਪੀ ਕੋਠਾ ਅੰਧਾ ਅਗਿਆਨਤਾ ਦੇ ਸਹਿਤ ਹੈ। ਉਹਦੇ ਵਿੱਚ ਅਗਿਆਨਤਾ ਰੂਪੀ ਹਨੇਰਾ ਹੈ ਜਿੱਥੇ ਪਰਮੇਸ਼ਰ ਤੇਰੇ ਨਾਮ ਦਾ ਦੀਵਾ ਨਹੀਂ। ਕਿਉਂਕਿ ਦੀਵਾ ਤੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਇਹ ਸਾਧ ਸੰਗਤ ਪਰਮੇਸ਼ਰ ਦਾ ਨਾਮ ਦੀਵਾ ਹੈ। ਸੋ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਕੀ ਵਿਸਰੈ ਦੁੱਖ ਬਹੁਤਾ ਲੱਗਾ ਦੁੱਖ ਲੱਗਾ ਤੂੰ ਮੁਸਰ ਪਰਮੇਸ਼ਰ ਭੁੱਲਣਾ। ਬਹੁਤ ਹੀ ਜ਼ਿਆਦਾ ਜੀਵਨਾਂ ਅਤੇ ਮਰਨ ਦਾ ਦੁੱਖ ਲੱਗਦਾ ਹੈ। ਇਸ ਕਰਕੇ ਸਾਡੇ ਗੁਰੂ ਦੇ ਨਾਮ ਉਹ ਭੁੱਲੇ ਮਰੇ ਬਿਖ ਖਾਏ ਵਿਸ਼ਾ ਦੀ ਜ਼ਹਿਰ ਖਾ ਕੇ ਮਰਦੇ ਨੇ ਤੇ ਬ੍ਰਿਥਾ ਜਨਮ ਫਿਰ ਆਵੇ ਜਾਏ। ਤੇ ਜਿਹੜਾ ਪ੍ਰਾਣੀ ਨਾਮ ਨਹੀਂ ਜਪਦਾ ਉਹਦਾ ਮਨੁੱਖਾ ਜਨਮ ਵੀ ਵਿਅਰਥ ਹੀ ਤੁਰਿਆ ਰਹਿੰਦਾ। ਫਿਰ ਵਾਰ ਵਾਰ ਆਉਂਦਾ ਹੈ ਤੇ ਜਾਂਦਾ ਰਹਿੰਦਾ। ਉਹਨਾਂ ਆਪਣਾ ਵਾਰ ਵਾਰ ਜਨਮ ਲੈਂਦਾ ਤੇ ਜਾਂਦਾ ਹੈ ਮਰਦਾ ਹੈ। ਸੋ ਸਾਰੇ ਗੁਰੂ ਪਾਤਸ਼ਾਹ ਜੀ ਕਰਮ ਨਾਲ ਮਿਹਰ ਕਰਦੇ ਨੇ ਵੀ ਨਾਮ ਕਿਵੇਂ ਸਾਧ ਸੰਗਤ ਦੀ ਹਿਰਦੇ ਚ ਵਸਦਾ ਹੈ। ਕਿਰਪਾ ਕਰੇ ਸਤਿਗੁਰੂ ਮਿਲਾਏ। ਭਾਈ ਵਾਹਿਗੁਰੂ ਪਰਮਾਤਮਾ ਆਪ ਹੀ ਕਿਰਪਾ ਕਰਦਾ ਮਿਹਰ ਬਖਸ਼ਿਸ਼ ਕਰਦਾ ਹੈ ਨਾ ਤਾਂ ਫਿਰ ਉਹ ਸਤਿਗੁਰਾਂ ਦੇ ਨਾਮ ਬੁਲਾ ਲੈਂਦਾ ਹੈ। ਕਿਰਪਾ ਕਰਦੀ ਹੈ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸ ਕਬੈ ਰਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਸਾਧ ਸੰਗਤ ਜੀ ਪੂਰਬਲੇ ਕਰਮਾਂ ਦਾ ਅਨੁਕੂਲ ਫੁੱਟਦਾ ਜਦੋਂ ਪੂਰਬਲੇ ਕਰਮ ਬੰਦੇ ਨੇ ਜੋਰ ਮਾਰਦੇ ਨੇ ਨੇਕ ਕਰਮ ਸ਼ੁਭ ਕਰਮ ਫਿਰ ਇਹ ਭੇਟਿਓ ਪੁਰਖ ਰਸ ਕਬੈ ਰਗੀ ਨਾਮ ਦੀ ਅਸਲੀ ਵਰਾਗੀ ਪਰਮਾਤਮਾ ਦੇ ਪਿਆਰੇ ਸਤਿਪੁਰਸ਼ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਰਕੇ ਮਹਾਂਪੁਰਖਾਂ ਦਾ ਮਿਲਾਪ ਹੁੰਦਾ ਹੈ। ਤੇ ਜਦੋਂ ਮਿਲਾਪ ਹੁੰਦਾ ਮਿਟਿਓ ਅੰਧੇਰ ਮਿਲਤ ਹਰ ਨਾਨਕ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਨੇ ਉਹਨਾਂ ਨੂੰ ਮਿਲਦਿਆਂ ਸਾਰੀ ਦਿਲ ਵਿੱਚ ਅਗਿਆਨ
सोई जागी। जन्म जन्मांतरां दी सिੱਧੀ ही जिहड़ी गलती है ना वो जाग पैंदी है। कहते साध संगत जी धन धन सतगुरु श्री गुरु नानक देव महाराज जी आनंद दे नाल नगर तो बाहर पर खेतों में गुजरते पे सन। भाई मरदाना जी नाल, भाई बाला जी भी नाल थे। जब नगर वाल आउण लगे तो राह में साथ सकते डग्गी वाला व्यापारी मिल गया। डग्गी वाले व्यापारी का मतलब भी पुराने समय में ना लोग गहियां में पा के साथ संगत दी सीधा होंदा है। नून हो गई, नून हो गया, मिर्च हो गई, मसाले हो गए, जिहड़ा अपना दाल पानी में सीधा पानी वरतदे पुराने समय में लोग साथ संगत दी गहियां में पा के ते चाले डाल मसा के अपने बौरां ते चक के मोढियां ते चक के घरां विच सीधा विचा कर रहे सन। होया कि वो विचार व्यापारी से धन गुरु नानक देव महाराज नूं लाभ होया। जदों वेख्या कि साधु ने उन्हें प्रेम के नाल आके नमस्कार की। नमस्कार करके ते साध संगत जी उस वक्त बेनती की महाराज कृपा मेरे पर बख्शिश करो। महात्मा जी मेरा भी लोगों के प्रलोक सवाल करो। जब एवं बेनती की तो पातशाह जी ने साध संगत जी उस वेले कहते भाई साहब ने बहरा भाई बह गए। सारे गुरु जी कहते कि बेचना की है? कहते जी नून पानी बेचना है। दिखा का भाई जदों ने महंगी खोली तो छोटे भी निकले। धन गुरु नानक देव महाराज जी बहुत गुरु पातशाह जी ने कहा आप भी कहे। सारे गुरु महाराज जी ने सारे वट्टियां दे विचों छोटा जिहड़ा वट्टा सी पाईए वाला कहना सारे पत्थर ही होंदे सन। छोटा जिहड़ा वट्टा सी वो पातशाह ने हस्त कमला ते चक लिया। कह लगे कि भाई वट्टिया बारे दस कहंदा जी कि सेब दा कि सवा सेब दा अप सेब सारे गुरु महाराज साहब जी आप जिहड़े हस्त कमला विच ये पाईए कर सारे गुरु जी ने ये किहड़ा कहंदा जी पाईया। सारे गुरु महाराज जी कहते भाई धन ये पाओ जिन अपनों लग नाम धराओ। ये पाईए का मतलब धन का योग है जिन्हें अपना नाम इतना छोटा रखा है। ये धन है। जदों साध संगत इउं सुनिया उन्हें वेखण भी महात्मा पूरे ने साधु पूरे ने ते चरण फड़ लए जी मैनूं ज्ञान बख्श। सारे गुरु महाराज साहब जी ने जदों दी भावना रखी तो पातशाह जी कहते भाई बोल वाहिगुरू। जदों इन्हें रसां तो वाखिया तो साध संगत जी उस वक्त ही परमात्मा में व्यक्ति जुड़ गई। ऐसे समाधि जुड़ी वो जवान ने उत्थे चौंका वज गया नेत्र खुले ही ना आनंद ही नाल खेड़ा ही खेड़ा हृदय विच साध संगत जदों खासा टाइम इवें बैठा रहा तो सतगुरु महाराज साहब जी ने फिर उन साध संगत जी खिला के धलूण के सुरती वरती जगाई। पातशाह जी कह लगे भाई वाहिगुरू वाहिगुरू नाम जपे करतार भरी करेगा मेहर भरी मिलन तक के नाल ही ज्ञान बख्श दिता। जरूर चलिया गया तो भाई मरदाना जी ने हाथ जोड़ के आख्या सतगुरु जी कमाल की गल हो गई। इन्हें नाम की कमाई की नाम की थोड़ी सेवा की। सारे गुरु महाराज साहब जी चुप करके आया मत्था टेकिया कि हरी बख्शिश करो तो तुसीं भी उसे वक्त ही निहाल कारण की इन्हूं बहुत छेती प्राप्ति होई। सारे गुरु जी कहते भाई मरदाना जी जिन्हें दीवा भी प्यारा हो गए बत्ती भी विच पाई हो गई तेल भी पाया हो गया त्यार सारा कुछ हो गया और उन्होंने सिर्फ दी सब चंगियाड़ी लाने की देर है। उन्होंने तील लाने की देर है। अग वाली जदों ही आप तीली लाने तो दीवा जग पैंदा तो चालना पड़ता है। भाई मरदाना जी इन्होंने निष्काम कर्म कल ही व्यक्त किए हुए सन। जब तक पहले बहुत ज़्यादा सी पिछले जन्म की कमाई सी वो कमाई ने जोर मारिया साढ़े नाल मिलाप हो गया। जो साढ़े नाल मिलाप हो गया परमात्मा ने कृपा की परमेश्वर स्वरूप सतगुरु जी कहने लगे भाई साढ़े नाल मिलाप होने की देर से उस वक्त ही ज्ञान समाप्त हो गया। साड़ी में तकण की देर से
ਜਿਵੇਂ ਅਸੀਂ ਤੱਕਿਆ ਤੈਨੂੰ ਪ੍ਰਾਪਤੀ ਹੋਵੇ, ਜਿਵੇਂ ਦੀਵਾ ਤਿਆਰ ਹੋਵੇ ਚਿੰਗਾੜੀ ਲਾਉਣ ਦੀ ਦੇਰ ਤੇ ਚਾਨਣ ਹੋ ਜਾਂਦਾ ਹੈ। ਐਵੇਂ ਜੇਕਰ ਬੰਦੇ ਨੇ ਪੂਰਬ ਵੇਲੇ ਨਿਸ਼ਕਾਮ ਕਰਮ ਕੀਤੇ ਹੋਣ ਨਾ ਤਾਂ ਬੰਦੇ ਨੂੰ ਗੁਰੂ ਦਾ ਮਿਲਾਪ ਹੋਣ ਦੀ ਦੇਰ ਹੈ, ਉਸੇ ਵਕਤ ਗਿਆਨ ਪ੍ਰਾਪਤ ਹੋ ਜਾਂਦਾ ਹੈ। ਤੇ ਨਿਸ਼ਕਾਮ ਕਰਮ ਜੇਕਰ ਪੂਰਬ ਵੇਲੇ ਜਨਮ ਵਿੱਚ ਕੀਤੇ ਤੇ ਇਸ ਜਨਮ ਵਿੱਚ ਵੀ ਕਰ ਸਕਦੇ, ਕਿਉਂਕਿ ਸਾਧ ਸੰਗਤ ਜੀਓ ਇਹ ਜਿਹੜਾ ਸਰੀਰ ਹੈ ਨਾ ਇਹ ਕਰਮ ਧਰਤੀ ਹੈ, ਇਹ ਕਰਮ ਜੋਨੀ ਹੈ। ਬਾਕੀ ਜਿਹੜੀਆਂ ਜੁਨਾਂ ਨੇ ਉਹ ਭੋਗ ਜੋਨੀਆਂ ਹਨ। ਕਰਮ ਜੋਨੀ ਤੇ ਭੋਗ ਜੋਨੀ ਵਿੱਚ ਮਤਲਬ ਇਹ ਹੈ, ਫਰਕ ਇਹ ਹੈ, ਸਰੀਰ ਆਪਣਾ ਪ੍ਰਾਪਤ ਹੋ ਗਿਆ ਮਨੁੱਖਾ ਜਨਮ, ਇਹਦੇ ਵਿੱਚ ਸਾਧ ਸੰਗਤ ਦੀ ਪਰਮੇਸ਼ਰ ਨੇ ਆਪਾਂ ਨੂੰ ਗਿਆਨ ਵੀ ਬਖਸ਼ ਦਿੱਤਾ, ਕੀ ਚੰਗਾ ਕੀ ਮੰਦਾ ਸਭ ਗਿਆਨ ਬਖਸ਼ ਦਿੱਤਾ। ਇਹ ਗੱਲ ਵੱਖਰੀ ਹੈ ਕਿ ਜਦੋਂ ਬੰਦੇ ਕੋਲ ਬੁਰਾ ਹੁੰਦਾ ਤੇ ਬੰਦਾ ਰੱਬ ਤੇ ਗੱਲ ਸੁਣਾ ਨਹੀਂ ਨਾ, ਸਾਰਾ ਕੁਝ ਦੀ ਆਗਿਆ ਵਿੱਚ ਹੀ ਹੈ, ਭਾਣੇ ਵਿੱਚ ਹੀ ਹੈ, ਸਾਰਾ ਕੁਝ ਦੀ ਆਗਿਆ ਵਿੱਚ ਹੀ ਹੈ। ਪਰ ਇਹ ਦ੍ਰਿਸ਼ਟੀ ਕੀ ਹੈ? ਇੱਕ ਬ੍ਰਹਮ ਗਿਆਨ ਸਤਿਪੁਰਸ਼ ਦੀ ਹੈ। ਪਰ ਪਰਮੇਸ਼ਰ ਨੇ ਇਸ ਬੰਦੇ ਨੂੰ ਆਜ਼ਾਦੀ ਵੀ ਦਿੱਤੀ ਹੈ। ਆਜ਼ਾਦੀ ਕਿਵੇਂ ਦਿੱਤੀ ਹੈ? ਸਾਧ ਸੰਗਤ ਜਿਵੇਂ ਕਹਿ ਲਓ ਕੋਈ ਕਬੂਤਰ ਹੋਵੇ, ਪੰਛੀ ਹੋਵੇ, ਉਹਦੇ ਪੈਰ ਨੂੰ ਆਪਾਂ ਸੇਵਾ ਬੰਨ੍ਹਦੀ, ਰੱਸੀ ਬੰਨ੍ਹਦੀ, ਕੋਈ ਡੋਰ ਬੰਨ੍ਹਦੀ ਤੇ ਨਾਲ ਕੱਲੇ ਨਾ ਬੰਨ੍ਹਦੀ। ਜਿੰਨੀ ਸਾਧ ਸੰਗਤ ਦੀ ਕੱਲੀ ਡੋਰ ਹੈ ਉਹ ਉੱਥੋਂ ਤੱਕ ਉਡਾਰੀ ਮਾਰ ਸਕਦਾ, ਜ਼ਿਆਦਾ ਨਹੀਂ ਮਾਰ ਸਕਦਾ। ਪਰਮਾਤਮਾ ਨੇ ਆਪਾਂ ਨੂੰ ਇੰਨੀ ਕੁ ਖੁੱਲ੍ਹ ਦਿੱਤੀ ਹੋਈ ਹੈ ਕਿ ਆਪਾਂ ਚੰਗੇ ਮੰਦੇ ਦਾ ਫੈਸਲਾ ਕਰ ਸਕੀਏ। ਗੁਰੂ ਘਰ ਵਿੱਚ ਆਉਣਾ ਜਾਂ ਸ਼ਰਾਬ ਖਾਣੇ ਜਾਣਾ, ਜੇ ਨੇਕ ਸਤਿਪੁਰਸ਼ ਦੀ ਸੰਗਤ ਕਰਨੀ ਹੈ, ਜੇ ਤਾਸ਼ ਕੁੱਟਣ ਵਾਲੇ ਜਿਹੜੇ ਨੇ ਨਸ਼ਾ ਪੱਤਾ ਕਰ ਉਹਨਾਂ ਦੀ ਸੰਗਤ ਕਰਨੀ ਹੈ, ਬਾਣੀ ਪੜ੍ਹਨੀ ਹੈ ਜਾਂ ਜ਼ਬਾਨ ਤੋਂ ਕੱਢੀਆਂ ਗਾਲਾਂ ਕੱਢੀ ਜਾਣੀਆਂ। ਇਹ ਬੰਦੇ ਨੂੰ ਵਾਹਿਗੁਰੂ ਪਰਮਾਤਮਾ ਨੇ ਸਰਵਰ ਨੇ ਸਿੱਧੀ ਬਖਸ਼ੀ ਹੈ। ਕਰਨਾ ਕੀ ਹੈ ਤੇ ਤੇਰੇ ਹੱਥ ਫੈਸਲਾ, ਫੈਸਲਾ ਬੰਦੇ ਦੇ ਹੱਥ ਹੋਣ ਕਰਕੇ ਸਾਧ ਸੰਗਤ ਦੀ ਇੰਨੀ ਖੁੱਲ੍ਹ ਦਿੱਤੀ ਹੋਣ ਕਰਕੇ ਪਰਮੇਸ਼ਰ ਨੇ ਉਸ ਹਿਸਾਬ ਨਾਲ ਬੰਦਾ ਕੰਮ ਕਰਦਾ ਹੈ। ਜਦੋਂ ਕੰਮ ਕਰਦਾ ਫਿਰ ਉਹਦਾ ਫਲ ਵੀ ਇਹਨੂੰ ਭੁਗਤਣਾ ਪੈਂਦਾ, ਜ਼ਰੂਰ ਬਦਲ। ਸਾਧ ਸੰਗਤ ਜੀ ਜੇ ਆਪਾਂ ਪਿਛਲੇ ਜਨਮ ਵਿੱਚ ਕੰਮ ਕਰ ਸਕਦੇ ਨਿਸ਼ਕਾਮ, ਇਹ ਜਨਮ ਵਿੱਚ ਵੀ ਹੋ ਸਕਦੇ ਨੇ। ਸਰੋਵਰਾਂ ਦੀ ਕਿਰਪਾ ਹੈ, ਗੁਰੂ ਦਾ ਦਰਬਾਰ ਖੁੱਲ੍ਹਾ ਹੈ, ਪੰਜ ਪਿਆਰੇ ਕਹਿੰਦੇ ਆਓ ਸਿੱਖ ਸਰੋਵਰ ਦੇ ਪਿਆਰੇ ਹੋ, ਗਾਓ ਸੱਚੀ ਬਾਣੀ, ਬਾਰਾਂ ਤਾਂ ਬਾਬਾ ਆਕਾ ਮਾਰਦੇ ਹਰ ਵੇਲੇ ਅੰਮ੍ਰਿਤ ਵੇਲੇ ਗੁਰੂ ਘਰ ਦਾ ਸਪੀਕਰ ਹੋ ਗਿਆ। ਜਿਹੜੀ ਗੱਲ ਭਾਈ ਉੱਠੋ ਆਓ ਆਗੇ ਪਟਨ ਸੁਨਾਮ ਕਰੋ ਪ੍ਰਭਾਤੇ ਸੋਏ ਹੱਥ ਆਉਂਦੇ ਵਿਖੜੇ ਦਾਮ ਘਾਲਾ ਮੇਰਾ ਸਤਿਗੁਰ ਤੇ ਸੁਖ ਸਾਹਿਬ ਸਿੱਧੀ ਕਰ ਜਾਂਦੇ। ਸੋ ਸਾਧ ਸੰਗਤ ਦੀ ਇਹ ਹੈ ਪਾਤਸ਼ਾਹੀ ਵੱਲੋਂ ਹੁਕਮ। ਜੇ ਨਿਸ਼ਕਾਮ ਕਰ ਪਿਛਲੇ ਜਨਮ ਤੋਂ ਹੋ ਸਕਦਾ, ਇਹ ਜਨਮ ਵਿੱਚ ਵੀ ਹੋ ਸਕਦੇ ਹੈ ਕਿ ਕਰਮ ਜੁਨੀ ਹੈ, ਬੰਦੇ ਨੂੰ ਚੰਗੇ ਬੰਦੇ ਦੀ ਸੋਝੀ ਹੈ। ਜਿਹੜੀਆਂ ਬਾਕੀ ਜੁਨਾਂ ਨੇ ਉਹ ਭੋਗ ਜੁਨਾਂ, ਸ਼ੇਰ ਹੈ ਜਿਹੜਾ ਉਹਦੀ ਮੱਤ ਤੇ ਪਰਮਾਤਮਾ ਨੇ ਪੜਦਾ ਪਾਇਆ ਹੋਇਆ। ਸਾਧ ਸੰਗਤ ਜੀ ਜੋ ਆਪਾਂ ਇਸ ਜਨਮ ਚ ਕਰ ਲਿਆ ਉਹ ਬਾਕੀ ਜੁਨਾਂ ਵਿੱਚ ਵੀ ਪ੍ਰਾਪਤ ਹੁੰਦਾ। ਸ਼ੁਭ ਕਰਮ ਕੀਤੇ ਹੈ, ਪੁੰਨ ਕਰਮ ਕੀਤੇ ਹੈ ਤਾਂ ਸਾਧ ਸੰਗਤ ਜੀ ਦੂਜੀਆਂ ਜੁਨਾਂ ਵਿੱਚ ਵੀ ਆਪਾਂ ਨੂੰ ਉਹਨਾਂ ਫਲ ਭੋਗਣਾ ਪਵੇਗਾ, ਆਨੰਦ ਮਿਲੇਗਾ, ਸੁੱਖ ਮਿਲੇਗਾ। ਜੇ ਮਾੜੇ ਕਰਮ ਕੀਤੇ ਤਾਂ ਦੁੱਖ ਮਿਲੇਗਾ। ਪਰ ਹਾਂ ਜੇਕਰ ਬੰਦਾ ਪਰਮੇਸ਼ਰ ਤੱਕ ਪਹੁੰਚ ਗਿਆ, ਨਿਸ਼ਕਾਮ ਕਰਮ ਕਰਦਾ ਹੈ, ਗੁਰੂ ਵਾਲਾ ਹੋ ਗਿਆ, ਤੇ ਫਿਰ ਸਾਧ ਸੰਗਤ ਦੀ ਪ੍ਰਾਣੀ ਜਿਹੜਾ ਉਹਦਾ ਬਚਾਅ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਨਰਕ ਵਿੱਚ ਨਹੀਂ ਜਾਣ ਦਿੰਦੇ। ਅਸਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਸਨ, ਭਾਈ ਜਿਹੜਾ ਸਾਡਾ ਸਿੱਖ ਹੈ ਉਹ ਸਾਬਤ ਸਰੂਪ ਹੋਣਾ ਚਾਹੀਦਾ ਹੈ ਤੇ ਪੰਜਾਂ ਪ੍ਰਕਾਰਾਂ ਦੀ ਰਹਿਤ ਰੱਖੇ। ਜੇਕਰ ਮੰਨ ਲਓ ਕਿਸੇ ਗਲਤੀ ਕਰਕੇ ਉਹਨੂੰ ਨਰਕ ਵਿੱਚ ਵੀ ਜਾਣਾ ਪੈ ਗਿਆ ਤਾਂ ਅਸੀਂ ਉਹਨੂੰ ਕੇਸ ਵੇਖ ਕੇ ਸਾਬਤ ਸਰੂਪ ਵੇਖ ਕੇ ਕੇਸਾਂ ਤੋਂ ਫੜ ਕੇ ਨਰਕ ਚੋਂ ਕੱਢ ਲਵਾਂਗੇ। ਦਸਵੇਂ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਕਿਹਾ ਬਚਨ ਕੀਤੇ ਸਨ। ਇੱਕ ਵਾਰ ਕਹਿੰਦੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਸਾਨੂੰ ਬੇਨਤੀ ਹੈ, ਕੋਈ ਕਹਿੰਦਾ ਮੈਂ 100 ਗਲਤੀ ਮੰਗਦਾ, ਕੋਈ ਕਹਿੰਦਾ 101 ਕਰਾਂ, ਕੋਈ ਕਹਿੰਦਾ 11 ਕਰਾਂ। ਸਾਰੇ ਲੋਕ ਵੱਖੋ ਵੱਖਰੇ ਕਹਿੰਦੇ ਵੀ ਮੈਂ ਇੰਨੀਆਂ ਗਲਤੀਆਂ ਮਾਫ ਕਰਾਂ, ਤਾਂ ਆਪ ਜੀ ਕਿੰਨੇ ਕਰ ਸਕਦੇ ਦੱਸੋ ਕਰ ਪਾਤਸ਼ਾਹ ਜੀ। ਤਾਂ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਉਸ ਵੇਲੇ, ਕਹਿੰਦੇ ਓਏ ਭਲਿਓ, ਦੁਨੀਆ ਦਾ ਕੋਈ ਵੀ ਪ੍ਰਾਣੀ ਭਾਵੇਂ ਸਾਰੀ ਦੁਨੀਆ ਦੇ ਬੱਚਤ ਪਾਪ ਕਰਕੇ ਸਾਡੇ ਚਾਰਾਂ ਵਿੱਚ ਆ ਜਾਵੇ, ਸਿੰਘ ਨੂੰ ਬਖਸ਼ਿਆ ਜਾਵੇ, ਪਰ ਇੱਕ ਸ਼ਰਤ ਹੈ, ਇੱਕ ਨਿਯਮ ਹੈ,
कहने लगे महाराज की ले लेने तो सतगुरु महाराज साहब जी कहने लगे कि भाई आज्ञा समझ चलो ना दलाला पातशाह जो की सो की जो पीछे हो गया सो हो गया कोई गल नहीं है पर अगाह वास्ते समझ के चलो संभल के चलो अगाह वास्ते तो जो पाप कर्म नहीं होना चाहिए माड़ा कर्म नहीं होना चाहिए। सो इस करके 10वें पातशाह महाराज ने साडे पर इन्नी मेहर की है बख्शिश की जो पंज प्यारे नाम की दात अमृत की दात बख्शते हैं उस वेले भी साध संगत वचन करते हैं कि भाई तुहाडा हुण गुरु के घर विच नवां जन्म होया पिछले जिहड़े तुहाडे कर्म कीते संभाव होए पर अगाह वास्ते पंजा कर्म की रहमत रखनी है सत बाणियां दे घट्टो घट्ट नित्य होना लाजमी है जरूरी है सेवा करा करो सिमरन करा करो कि परमेश्वर के अवतार पढ़ी गए वो वचन करते हैं ये साध संगत कर्म बाकी भोग शेर कोई सोची ना नहीं है कि वो वास्ते गां की है मझ की है गिदड़ की है सब जानवर इको नहीं जो भुख लगती है उन्हें मार के पंजा शिकार करके खा जाता है उन्होंने ना कोई गुण लगता ना कोई पाप लगता सो साध संगत वो एक भोग ये कर्म नहीं है सतगुरु के चरणों में अरदास बेनती करके शुभ कर्म करने चाहिए निष्काम कर्म करने चाहिए जिहदे करके परमेश्वर मेहर करके तरस करके साध संगत सतगुरां दे नाल मिला देवे क्योंकि जो परमेश्वर कृपा करता है पातशाह जी ने फिर भी सतगुरां नाल को मिलाता है आपे आप वसै मन आए जदों साध संगत गुरु नाल मिलाप हो जाए फिर अपने आप ही वो वाहिगुरू मन विच आके वस जाता निहचल मत सदा मन धीर भाई जिहदा गुरु नाल मिलाप हो जाए ओदी मत निहचल अचल हो जाती है अचल का मतलब ओदा मन फिर डावाडोल नहीं हुंदा सदा हमेशा वास्ते मन अंदर धीरज आ जाती है हौसला आ जाता है कि वकार में टाकरा करना जिहड़ा जिगरा हो जाता है साध संगत की धीरज जिहड़ी आ जाती है बंदा घबराउंदा नहीं वाहिगुरू परमात्मा दे भाणे नूं मिठा करके भी मनदा हर गुण गावे गुणी गहीर भाई वाहिगुरू परमेश्वर जी नूं शुभ गुणां दा गहीर समुंदर जाण के वो वार वार वाहिगुरू दे गुणां नूं गाउंदा है हरि दे नाम नूं जपदा है नाम भूले मरे बिख खाए वाहिगुरू परमात्मा दे नाम नूं भुल गए ने वो विषयां दी वकारां दी जहर खा खा के मरदे ने वृथा जन्म फिर आवे जाए उन्हां नूं मुखा जन्म ही व्यर्थ च लै जांदा उन्हां फिर वार वार आउंदे ने जन्म धार के ते मर के जांदे हन इस्लाम दे के सतगुरु जी मेहर करदे ने बख्शिश करदे ने बहु भेख करे मन शांत ना होए बाहरों जिन्ने मर्जी कोई प्राणी भेख बनाई जाए तरह तरह के लिबास बनाई जाए पर बाहरों लीड़े पाउण दे नाल तरह तरह के वस्त्र पाउण भेख बनाउण दे नाल बंदे दे मन अंदर शांति नहीं हो सकदी टिका नहीं हो सकदा छे भेख बने जाते हैं छेयां भेखों के विचों जिहड़ा मर्जी कोई होवे इहनूं माण हो जाता भी मैं सन्यासी होना है असीं तां ब्राह्मणां दे भी गुरु हुंदे आ नहीं सतगुरु जी कहंदे बहुता हंकार होण करके भी असीं तां बीवी नूं त्यागਿਆ होया जी घर बार नूं छड्डिया होया कहंदे थोड़ो है बहुता हंकार होण करके वो प्राणी अपनी जिहड़ी पत इज्जत है लोक प्रलोक विच गवा लैंदे ने खराब करदे ने सेवड भागी वडभागी कौन है साध संगत जिहदे दिल विच वड पाउण दी इच्छा दौड़ गई है चली गई है बाहर जादा काम है आणिया जिहड़ा मन वार वार बाहर नूं जांदा सी भटकदा सी विकारां विच विषयां विच ओनूं साध संगत मोड़ के स्वरूप रूपी घर दे विच आणे लिआउणा कीता है जिन्हें गुरु के शब्द नूं उपदेश नूं पछाण लिया घर
घर दे विच ही वाहिगुरू वसदा है, बाहर नहीं है। गुरमत खोजहि शब्द विचारा। पर जिहड़े गुरमतिगे ने भाई जिन्हां ने गुरु की मत नूं धारण कीता है, जिहड़े गुरु की मत ते चलदे ने, दित्ती सिੱਖਿਆ ते चलदे ने, वो शब्द दी विचार करके वाहिगुरू परमेश्वर जी दे ताईं अपने हिरदे विच ही खोजदे ने, लभदे ने। नाम नवनित पाई घाई माहे। भाई वाहिगुरू का जो नाम है, 9 दिन कड़ियां ने 9 प्रकार की भगती, साध संग प्रियो सरवण सिमरन कीर्तन पाल सेव अर्चान ते अपना पाल सेव अर्चन दासा सकल बंदना सर्व निवेदन जान। ये 9 प्रकार की जिहड़ी भगती है, ये 9 निध खजाने हो गए। ते वाहिगुरू परमेश्वर जी का जो नाम है, ये हिरदे रूपी घर दे विच ही पई ये दात असीं प्राप्त कर लई है। सदा रंग राते सच समाहे। सच्चे वाहिगुरू परमेश्वर दे विच समाहे समा जांदे ने, हमेशा वास्ते परमात्मा ने प्रेम रंग विच ही रंगे रहंदे ने, या फिर जिहड़े हमेशा वास्ते वाहिगुरू परमात्मा दे प्रेम रंग विच रंगे रहंदे ने, उन्हां ने सच्चे वाहिगुरू दे समाहड़ा आनंद प्राप्त हुंदा है। आप करे किश कहन न जाए। भाई वाहिगुरू परमात्मा अपने आप ही सारा कुछ करदा है। उस वाहिगुरू परमात्मा नूं कुछ भी क्या नहीं कर सकदा कि परमेश्वर ने इत्थों ठीक कीता या इत्थों गलत कीता, नहीं, जो करदा साथी है। आपे भावै लय मिलाए। भाई जदों वाहिगुरू परमात्मा नूं अपने आप ही ये जीव भावै भा जांदा है, चंगा लगदा है, तां परमेश्वर जी अपने चरणों विच आप ही मिला लैंदे ने। तिसते नेड़े नाहीं को दूर। सतगुरु पातशाह जी कहते भाई उस वाहिगुरू परमात्मा तो नेड़े भी कोई नहीं। परमेश्वर नेड़े तो भी नेड़े कह रविदास, हाथ पै नेरा सहदे हुए सो कोई नेरा नाही दूर, निज आत्मा रहया भरपूर, सादा हजूर हाजिर है नाजर, कदे न पयो दूर, किते दूर तो है ही नहीं, तिसते नेड़े नाही को दूर। भाई वो वाहिगुरू परमात्मा वो किसी तो भी दूर नहीं है, ते तिस परमेश्वर तो नेड़े भी अपने कोई नहीं, क्योंकि वाहिगुरू परमात्मा सारा कुछ भी नेड़े है। सो ऐसा है वाहिगुरू। नानक नाम रहया भरपूर। सतगुरु जी कहते भाई वो वाहिगुरू परमात्मा नाम जो नामी परमेश्वर, वो नाम द्वारा सारे थाना पर भरपूर लबालब भरिया पिया, पूर्ण होया है, हरेक थां पर समाया होया है। सो साध संगत जी सतगुरु जी ने अज इत्थों तक मेहर कीती है, बख्शिश कीती है, कोई भुल गलती माफी अगाम वास्ते समर्थ बख्शण, गुरु साहिब जी कृपा करन, ये पावन पवित्र गुरदेव साडे दिल विच घर कर जावे, जिस करके साडा लोक सुखिया ते प्रलोक सहेला हो जावे। हुण 2 पंक्तियां पढ़ के समाप्ति है। जे देहो सजण सीसड़ियां जिन होवे साहिब सियों मेल। आप करे किश कहन न जाए। आपे भावै लय मिलाए। तिसते नेड़े नाहीं को दूर। नानक नाम रहया भरपूर। वाहिगुरू जी का खालसा, वाहिगुरू जी की फतेह। तू ठाकुर पिता तुम्हारी गत मित तुम ही जानी, नानक दास खुद आगे अरदास हमारी, जियो बिन सब
ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਜਾਣ। ਵਾਹਿਗੁਰੂ 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 ਸਾਹਿਬ ਜੀ, ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਅੰਗਦ ਗੋਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਜਨ ਹਰ ਗੋਬਿੰਦ ਨੂੰ ਸਿਮਰਾਓ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਡਿਠਾ ਸਭ ਕੁਝ ਜਾਏ ਤੇ ਬਹਾਦਰ ਸਿਮਰਿਆ। ਘਰ ਨੌ ਨਿਦ ਆਵੇ ਧਾਰੇ, ਸਭ ਥਾਈ ਹੈ ਸਹਾਇ, ਸਭ ਥਾਈ ਹੈ ਸਹਾਇ। ਧਰ ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਸਭ ਥਾਈ ਹੈ ਸਹਾਇ। ਦਸਾਂ ਹੀ ਪਾਤਸ਼ਾਹੀਆਂ ਜੀ ਦੀ ਪ੍ਰਤੱਖ ਜੋਤ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਉਪਦੇਸ਼ ਦਰਸ਼ਨ ਦਿਦਾਰ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚੌਹਾਂ ਮੁਕਤਿਆਂ ਹਟੀਆਂ ਜਪੀਆਂ ਤਪਣਾ, ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਮ੍ਰਿਤ ਕੀਤਾ। ਜਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ। ਜਿਨ੍ਹਾਂ ਸੰਗਾਂ ਸੰਗਣੀਆਂ ਨੇ ਧਰਮ ਹੇਤੁ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀਆਂ ਸੇਵਾਵਾਂ ਲਈ ਕੁਰਬਾਨੀਆਂ ਕੀਤੀਆਂ, ਪਰ ਧਰਮ ਨੂੰ ਨਹੀਂ ਹਾਰਿਆ। ਸੁੱਖੀ ਸਿਰਕ ਨੂੰ ਕੇਸਾਂ ਅਤੇ ਸਵਾਸਾਂ ਸੰਗ ਨਿਭਾਇਆ। ਤਿਨਾਂ ਪ੍ਰਾਪਤਨ ਤੇ ਵਰਤਮਾਨ ਦੇ ਸਰਬੱਤ ਸ਼ਹੀਦ ਸਿੰਘ ਸਿੰਘਣੀਆਂ ਤੇ ਭਚੰਗੀ ਭਚੰਗਣਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਹੋਏ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ। ਸਿੱਖਾ ਨਾ ਮਨ ਨੀਵਾ ਮਤ ਉੱਚੀ ਮਤ ਪਦਕਾਰਾ ਕਾ ਆਪ ਕਾਲ ਪੁਰਖ ਵਾਹਿਗੁਰੂ ਪਰਮਾਤਮਾ। ਹੇ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਓ। ਸ੍ਰੀ ਨਨਕਾਣਾ ਸਾਹਿਬ ਇਤਿਹਾਸਕ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦਿਦਾਰ ਅਤੇ ਸੇਵਾ ਸੰਭਾਲ ਕਰਨ ਦਾ ਦਾਨ ਆਪ ਜੀ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ ਕਰੋ ਜੀ। ਹਿੰਦ ਮਾਣਿਆਂ ਦੇ ਮਾਣ ਤਾਣਿਆਂ ਦੀ ਤਾਣ ਨੂੰ ਪਿਆਰੀ ਓਟ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਕੀ ਚਰਨ ਸ਼ਰਨ ਹਾਰੇ। ਸਤਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਦੋਗੜੀ ਕੀਤੀ ਜਾਂਦੀ ਹੈ। ਆਪ ਦੀ ਕਿਰਪਾ ਨਾਲ ਮਿਹਰ ਬਖਸ਼ਿਸ਼ ਦੇ ਨਾਲ ਸੋਹਣੀ ਰਾਤਰੀ ਆਈ ਸੀ, ਸੁੱਖਾ ਆਨੰਦਾ ਭਰੀ। ਆ ਜਿਹੜੇ ਭਾਣੇ ਅੰਦਰ ਬਤੀਤ ਹੋਏ, ਅੱਗੇ ਸੋਹਣਾ ਦਿਹਾੜਾ ਆਇਆ, ਆਪ ਜੀ ਸੁੱਖਾ ਆਨੰਦਾ ਭਰਿਆ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ। ਸਤਿਗੁਰੂ ਜੀ ਆਪ ਜੀ ਦੇ ਚਰਨੀ ਬੇਨਤੀ ਆ ਜੋਦੜੀ ਹੈ। ਆਪ ਕੀ ਮਿਹਰ ਨਾਲ ਬਖਸ਼ਿਸ਼ ਦਾ ਧੰਨ ਬਾਬਾ ਰਾਮ ਥਮਨ ਸਾਹਿਬ ਜੀ ਤਪ ਸਥਾਨਾਂ ਦੇ ਉੱਪਰ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਸਨ। ਸੜੇ ਹੋਏ ਦੀਵਾਨਾਂ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਬੇਅੰਤ ਬਾਣੀ ਜੀ ਕੇ ਜਾਪ ਕੀਤੇ ਗਏ। ਆਸਾ ਜੀ ਕੀ ਵਾਰ ਤੇ ਹੋਰ ਰਸ ਪੰਜੇ ਸ਼ਬਦਾਂ ਨਾਲ ਕੀਰਤਨ ਹੋਇਆ ਲੜੀਵਾਰ। ਗੁਰਬਾਣੀ ਜੀ ਕੀ ਕਥਾ ਹੋਈ ਹੈ। ਪਾਤਸ਼ਾਹ ਦੀ ਬਾਣੀ ਜੀ ਕੀ ਕਥਾ ਕਰਦੇ ਆ, ਕੀਰਤਨ ਕਰਦੇ ਆ, ਜਾਪ ਕਰਦੇ ਆ। ਆ ਜਿਹੜੇ ਚਰਨ ਕਮਲੇ ਟਹਿਲ ਭਾਵਨਾ ਕਰਦੇ ਆ, ਹਜ਼ੂਰੀ ਵਿੱਚ ਉੱਠਦੇ ਆ, ਬਹਿੰਦੇ ਹੋਏ ਇੱਕ ਨਹੀਂ ਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਨੇ ਤੇ ਹੋ ਜਾਂਦੀਆਂ ਨੇ। ਸਤਿਗੁਰੂ ਮਹਾਰਾਜ ਜੀ ਆਪ ਜੀ ਦੇ ਚਰਨੀ ਬੇਨਤੀ ਇੱਕ ਨਹੀਂ ਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਕਿਰਪਾ ਕਰਕੇ ਆਪ ਜੀ ਨੇ ਆਪਣੇ ਅਣਜਾਣ ਬੱਚੇ ਜਾਣ ਕਰਕੇ ਮਾਫੀ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਣੀ, ਗੁਰਮਤਿ ਦਾ ਗਿਆਨ ਧਿਆਨ, ਉੱਚਾ ਸੁੱਚਾ ਜੀਵਨ ਬ੍ਰਹਮ ਵਿਦਿਆ ਬ੍ਰਹਮ ਗਿਆਨ ਦੀ ਦਾਤ ਬਖਸ਼ ਕਰਕੇ ਨਿਹਾਲ ਕਰਨਾ। ਵੱਧ ਤੋਂ ਵੱਧ ਸਤਿਗੁਰੂ ਦੀ ਸੇਵਾ ਅਤੇ ਸਿਮਰਨ ਕਰਨ ਦਾ ਬਲ ਬਖਸ਼ਣਾ ਕਰੋ। ਆਪ ਜੀ ਦੇ ਚਰਨੀ ਬੇਨਤੀ ਹੈ। ਸਤਿਗੁਰੂ ਮਹਾਰਾਜ ਜੀ ਮਿਹਰ ਕਰ ਤਰਸ ਕਰ ਅੜੇ ਹੋਏ ਮੂਰਚੇ ਫਤਿਹ ਕਰਨਾ ਕਰੋ। ਆਪ ਜੀ ਦੇ ਚਰਨੀ ਬੇਨਤੀ ਹੈ। ਵਿਅੰਤ ਸੰਗਤਾਂ ਨੇ ਆਪ ਜੀ ਦੇ ਚਰਨ ਕਮਲਾਂ ਅੰਦਰ ਹਾਜ਼ਰੀਆਂ ਭਰੀਆਂ ਨੇ ਤੇ ਫੁੱਲ ਭੇਟਾਵਾਂ ਆਪ ਜੀ ਦੇ ਦਰ ਅੰਦਰ ਅਰਪਣ ਕੀਤੀਆਂ ਨੇ। ਆਪ ਜੀ ਨੇ ਕਦਮ ਕਦਮ ਰੇਖੇ ਲਾਉਣੇ ਤੇ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਦਰੋਂ ਦਰੋਂ ਸਿੱਖੀ ਦੀ ਚੜ੍ਹਦੀ ਕਲਾ ਵਾਲੇ ਉੱਚੇ ਸੁੱਚੇ ਜੀਵਨ ਦੀ ਦਾਤ ਬਖਸ਼ ਅੱਗੇ ਨਿਹਾਲ ਕਰਨਾ। ਉੱਚਾ ਸੁੱਚਾ ਜੀਵਨ ਬਖਸ਼ਣਾ। ਸਤਿਗੁਰੂ ਮਹਾਰਾਜ ਜੀ ਸਰਬੱਤ ਸੰਗਤ ਦੀਆਂ ਮਨੋਕਾਮਨਾਵਾਂ ਭਾਵਨਾਵਾਂ ਗੁਰਮੁਖ ਅਨੁਸਾਰ ਸੰਪੂਰਨ ਕਰਨੀਆਂ। ਕਾਲ ਕੰਟਕ ਦੂਰ ਕਰਨੇ, ਅੰਤ ਆਂਦੀ ਬਹੁਤਾ ਕਰਨੀ, ਮਾਲਮੁਖੀ ਨਗਰ ਖੇੜੇ ਚੜ੍ਹਦੀਆਂ ਕਲਾ ਕਰਨੀਆਂ, ਸਰਬੱਤ ਦਾ ਭਲਾ ਕਰਨਾ। ਆਪ ਜੀ ਦੀ ਚਰਨੀ ਬੇਨਤੀ ਆ ਸਤਿਗੁਰੂ ਜੀਓ। ਇਸ ਵਕਤ ਸੋਹਣੇ ਦੀਵਾਨਾਂ ਦੀ ਸਮਾਪਤੀ ਹੋਈ ਹੈ। ਦੀਵਾਨਾਂ ਦੀ ਸਮਾਪਤੀ ਮੁੱਖ ਰੱਖਦਿਆਂ ਹੋਇਆਂ ਆਪ ਜੀ ਕੀ ਹਜ਼ੂਰੀ ਅੰਦਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੇ ਸਜਾ ਕਰਕੇ ਲੈਂਦੀ ਗਈ ਹੈ। ਸਤਿਗੁਰੂ ਜੀ ਆਪ ਜੀ ਦੀ ਚਰਨੀ ਬੇਨਤੀ ਆਜ ਦਰ ਘਰ ਦੇ ਪ੍ਰੀਤਵਾਨ
ਸਤਿਗੁਰੂ ਮਹਾਰਾਜ ਜੀ ਭੁਚੰਗਣ ਗੁਰਜੀਤ ਕੌਰ ਵੱਲੋਂ ਸਤਿਗੁਰੂ ਮਹਾਰਾਜ ਜੀ ਅੱਜ ਦੀ ਮਿਹਰ ਨਾਲ ਕਿਰਪਾ ਬਖਸ਼ਿਸ਼ ਦੇ ਨਾਲ ਆਜ ਦਰ ਕਰਦੇ ਖੁਸ਼ੀ ਲੈਣ ਦੇ ਵਾਸਤੇ ਇੱਕ ਸ੍ਰੀ ਸਾਹਿਬ ਪਾਠ ਪ੍ਰਾਰੰਭ ਕਰਵਾਏ ਗਏ ਸਨ। ਬਾਣੀ ਜੀ ਦਾ ਆਰੰਭ ਕੀਤਾ ਗਿਆ। ਆਪ ਜੀ ਦੀ ਮਿਹਰ ਨਾਲ ਕਿਰਪਾ ਨਾਲ ਸਤਿਗੁਰੂ ਮਹਾਰਾਜ ਜੀ ਬਾਣੀ ਜੀ ਕੇ ਜਾਪ ਆਪ ਤੋਂ ਲੈ ਕਰਕੇ ਮੱਧ ਭਾਗ ਵਿੱਚ ਪਹੁੰਚੇ ਹਨ। ਸਤਿਗੁਰੂ ਜੀ ਪਿੱਛੇ ਬਾਣੀ ਜੀ ਦਾ ਜਾਪ ਕਰਦਿਆਂ ਹੋਇਆ ਲਾਗ ਤੋਂ ਅੱਖਰ ਵਾਧਾ ਘਾਟਾ ਹੋ ਗਿਆ ਹੋਵੇ ਅੱਜ ਨੇ ਕਿਰਪਾ ਕਰਕੇ ਮਾਫੀ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਣੀ ਰਹਿੰਦੀ ਬਾਣੀ ਜੀ ਕੇ ਜਾਪ ਆਜ ਨੇ ਮਿਹਰ ਕਰਕੇ ਤਰਸ ਕਰਕੇ ਆਪ ਨੇ ਸੰਪੂਰਨ ਕਰਵਾ ਲੈਣੇ ਰਸਨਾ ਉੱਪਰ ਵਸਣਾ। ਸਤਿਗੁਰੂ ਜੀ ਚੜ੍ਹਦੀ ਕਲਾ ਵਾਲਾ ਉੱਚਾ ਸੁੱਚਾ ਜੀਵਨ ਬਖਸ਼ਣਾ ਜਿਸ ਜਿਸ ਇੱਛਾਵਾਂ ਨੂੰ ਮੁੱਖ ਰੱਖਦਿਆਂ ਹੋਇਆ ਸਤਿਗੁਰੂ ਜੀ ਆਜ ਦਰ ਕਰਦੇ ਪ੍ਰੀਤਵਾਨ ਬੀਬੀ ਗੁਰਜੀਤ ਕੌਰ ਨੇ ਤਥਾ ਸਮੁੱਚੇ ਪਰਿਵਾਰ ਨੇ ਆਪ ਜੀ ਕੀ ਨਾਮ ਬਾਣੀ ਦਾ ਓਟ ਆਸਰਾ ਤੱਕਣਾ ਕੀਤਾ। ਸੋ ਇੱਛਾਵਾਂ ਮਨੋਕਾਮਨਾਵਾਂ ਭਾਵਨਾਵਾਂ ਆਪ ਜੀ ਨੇ ਗੁਰਮਤਿ ਅਨੁਸਾਰ ਸੰਪੂਰਨ ਕਰਨੇ ਕਾਲ ਕੰਟਕ ਦੂਰ ਕਰਨੇ ਅੜੇ ਹੋਏ ਮੋਰਚੇ ਫਤਿਹ ਕਰਨੇ। ਇਸ ਵਕਤ ਆਪ ਦੀ ਕਿਰਪਾ ਨਾਲ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਮੱਧ ਭਾਗ ਨੂੰ ਮੁੱਖ ਰੱਖਦਿਆਂ ਹੋਇਆ ਅਤੇ ਸਤਿਗੁਰੂ ਜੀ ਸਮਾਪਤੀ ਨੂੰ ਮੁੱਖ ਰੱਖਦਿਆਂ ਹੋਇਆ ਪੰਜ ਅੰਮ੍ਰਿਤ ਕੜਾ ਪ੍ਰਸ਼ਾਦ ਦੇ ਸਜਾ ਕਰਕੇ ਲਿਆਂਦੀ ਗਈ ਹੈ। ਪਾਤਸ਼ਾਹ ਜੀ ਦੇਗ ਤਿਆਰ ਕਰਦਿਆਂ ਹੋਇਆ ਕੋਲੇ ਬਾਣੀ ਜੀ ਦਾ ਜਾਪ ਕਰਦਿਆਂ ਕੋਈ ਭੁੱਲ ਗਲਤੀ ਮਾਫੀ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਣੀ ਕਰੋ ਕਿਰਪਾ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਉ ਭੋਗ ਹਰ ਰਾਏ। ਸਤਿਗੁਰੂ ਜੀ ਆਪ ਜੀ ਨੂੰ ਭੋਗ ਲੱਗਿਆ ਪ੍ਰਵਾਨ ਹੋਵੇ ਸ਼ੀਤ ਪ੍ਰਸ਼ਾਦ ਸਾਧ ਸੰਗਤ ਜੀ ਦੀ ਰਸਨਾ ਦੇ ਲੈਕ ਹੋਵੇ ਜੋ ਪੀ ਆਪ ਜੀ ਦਾ ਸ਼ੀਤ ਪ੍ਰਸ਼ਾਦ ਸਗੇ ਰਸਨਾ ਤੋਂ ਵਾਹਿਗੁਰੂ 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 ਨਾਮ ਜਪੇ। ਇਸ ਵਕਤ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਦਾਤ ਬਖਸ਼ ਕਰਕੇ ਨਿਹਾਲ ਕਰਨਾ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਚਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਜਗਤ ਗੁਰਾਂ ਕੀ ਦੇਵ ਜੋ ਪ੍ਰਭ ਕੋ ਮਿਲ ਬੋਚ ਹੈ ਸ਼ਬਦ ਵੈਲੇ ਰਾਜ ਕਰੇਗਾ ਖਾਲਸਾ ਰਹਿ ਨ ਕੋਏ ਵਾਰ ਹੋਏ ਸਭ ਮਿਲਾਂਗੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਸ਼ੁਕਰੇ ਪਾਰ ਜੋ ਸ਼ਰਧਾ ਕਰ ਸੇਵਦੇ ਜੋ ਸ਼ਰਧਾ ਕਰ ਸੇਵਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾ ਪਾਪ ਸਾਹ ਨਿਹਚਲ ਚੌਰ ਸ਼ਤ ਇਤੀ ਲੱਖ ਕਰੋੜ ਪ੍ਰੀਏ ਰੋਮ ਨਾ ਪੁੱਜੈ
तां सिद्ध होई। सिद्धि ते बुद्ध पाई, प्रेम के सार लागे तन भीतर। तां भ्रम काटिया जाई, अचरज है तां सिद्ध होई। सिद्धि ते बुद्ध पाई, प्रेम के सार लागे तन भीतर। तां भ्रम काटिया जाई, मेरे गोबिंद अपने जन को देह वडियाई। गुरमत राम नाम परगसहु, सदा रहो शरणाई। रहाओ इहो संसार सब आवण जाना। मन मूर्ख चेत अजाना, हर जियो कृपा करो गुर मिलहो। तां हर नाम समाना, जिसकी वथ सोई प्रभ जानै। जिसनो दे सो पाए, वस्त अनूप अत अगम अगोचर। गुर पूरा लख लखाए, जिन इह चाखी सोई जानै। गूंगे की मिठियाई, रतन लुकाया लुकै नहीं। जे को रखै लुकाई, सब किछ तेरा तू अंतर जामी। तू सबना का प्रभ सोई, जिसनो दात गृहे सो पाए। जन नानक अवर न कोई, सब किछ तेरा तू अंतर जामी। तू सबना का प्रभ सोई, जिसनो दाद करहे सो पाए। जन नानक अवर न कोई। वाहेगुरु जी का खालसा, वाहेगुरु जी की फतेह। सतनाम वाहेगुरु, सतनाम वाहेगुरु। सतनाम वाहेगुरु, सतनाम वाहेगुरु। सतनाम वाहेगुरु, सतनाम वाहेगुरु। सतनाम वाहेगुरु, सतनाम वाहेगुरु। सतनाम वाहेगुरु, सतनाम वाहेगुरु।
ਸਤਿਨਾਮ ਵਾਹਿਗੁਰੂ 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 ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ